ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਜੁੜ ਗਏ ਨੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦੀ ਵਰ੍ਹੇਗੰਢ ਦਾ ਦਿਨ ਲੰਘ ਕੇ ਗਿਆ। ਸਾਡੇ ਤੇ ਅੱਜ ਉਹ ਡੇਟ ਚੱਲ ਰਹੀ ਆ ਪਰ ਤੁਹਾਡੇ ਅਗਲਾ ਦਿਨ ਆ ਗਿਆ ਤੇ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੁਸੀਂ ਕੱਲ੍ਹ ਦੱਸਿਆ ਸੀ ਕਿ ਬਹੁਤ ਵੱਡੇ ਸਮਾਗਮ ਹੋਣੇ ਨੇ, ਖਾਸ ਕਰਕੇ ਟਿੱਕਰੀ ਬਾਰਡਰ 7 ਏਕੜ ਦੇ ਵਿੱਚ ਪੰਡਾਲ ਲੱਗਿਆ ਸੀ। ਤੇ ਕਿਸ ਤਰ੍ਹਾਂ ਦਾ ਦਿਨ ਨਿਕਲਿਆ ਅੱਜ ਤੇ ਕਿੰਨਾ ਕੁ ਜੋਸ਼ ਜਜ਼ਬਾ ਜਿਹੜਾ ਉਹ ਨਜ਼ਰ ਆਇਆ ਤੇ ਲੀਡਰਸ਼ਿਪ ਵੱਲੋਂ ਕਿਸ ਤਰ੍ਹਾਂ ਦੀ ਕਾਲ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਗਈ ਆ? ਦੇਖੋ, ਦਿਨ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਮਨਾਇਆ ਗਿਆ ਤੇ ਸਾਰੇ ਬਾਰਡਰਸ ਦੇ ਉੱਤੇ ਜਿੱਥੇ ਜਿੱਥੇ ਵੀ ਸਥਾਨ ਬਣੇ ਹੋਏ ਨੇ ਧਰਨਿਆਂ ਦੇ, ਚਾਹੇ ਉਹ ਗਾਜ਼ੀਪੁਰ ਬਾਰਡਰ ਹੈ ਜਾਂ ਪਲਵਲ ਚੌਕ ਹੈ ਜਾਂ ਇੱਧਰ ਸਾਡੇ ਵਾਲੇ ਪਾਸੇ ਟਿੱਕਰੀ ਤੇ ਸਿੰਘੂ ਕੁੰਡਲੀ ਬਾਰਡਰ ਹੈ, ਹਰ ਥਾਂ ਤੇ ਜੋਸ਼ੋ ਖਰੋਸ਼ ਸੀ। ਤਾਦਾਦ ਜਾਣੀ ਐਡੀ ਜ਼ਿਆਦਾ ਸੀ ਕਿ ਜਿੱਦਾਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਬਾਰਡਰਸ ਦੇ ਉੱਤੇ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਤੇ ਜੋਸ਼ ਦੇ ਨਾਲ ਨਾਲ ਜਿਹੜੇ ਕਿਸਾਨ ਉੱਥੇ ਪਹੁੰਚੇ ਜਾਂ ਜਿਹੜੀ ਲੀਡਰਸ਼ਿਪ ਹੈ ਜਾਂ ਕਿਸਾਨਾਂ ਦੇ ਜਿਹੜੀ ਹਮਾਇਤੀ ਲੋਕ ਉੱਥੇ ਪਹੁੰਚੇ, ਜਿਹੜੇ ਕਿਸਾਨ ਨਹੀਂ ਪਰ ਉਹ ਵਰ੍ਹੇਗੰਢ ਮਨਾਉਣ ਗਏ ਬਾਰਡਰਸ ਦੇ ਉੱਤੇ, ਉਹਨਾਂ ਸਾਰਿਆਂ ਦੇ ਵਿੱਚ ਇੱਕ ਜਜ਼ਬਾ ਸੀ ਤੇ ਇੱਕ ਜਿੱਤ ਦਾ ਜਸ਼ਨ ਮਨਾਉਣ ਦਾ ਇੱਕ ਜਿੱਦਾਂ ਖੁਸ਼ੀ ਜਿਹੜੀ ਹੁੰਦੀ ਆ, ਉਹ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਤਾਰੀ ਸੀ। ਤੇ ਨਾਲ ਦੀ ਨਾਲ ਜਜ਼ਬੇ ਦੇ ਨਾਲ ਨਾਲ ਇਹ ਵੀ ਸੀ ਵੀ ਭਵਿੱਖ ਦੇ ਵਿੱਚ ਵੀ ਤਿਆਰ ਹੋਣਾ ਪੈਣਾ ਲੜਾਈ ਵਾਸਤੇ। ਇਸ ਤਰ੍ਹਾਂ ਦੀ ਜਿਹੜੀ ਇੱਕ ਓਵਰਆਲ ਸਾਰੇ ਬਾਰਡਰਸ ਦੇ ਉੱਤੇ ਭਾਵਨਾ ਜਿਹੜੀ ਹੈ ਕਿਸਾਨਾਂ ਦੇ ਵਿੱਚ ਦੇਖੀ ਗਈ ਹੈ। ਤੇ ਲੀਡਰਸ਼ਿਪ ਨੇ ਵੀ ਬਕਾਇਦਾ ਇਹੀ ਐਲਾਨ ਕੀਤਾ, ਜਿੱਥੇ ਕਿਤੇ ਵੀ ਸਟੇਜਾਂ ਲੱਗੀਆਂ ਬੋਲੇ ਨੇ, ਸਮੁੱਚੀ ਕਿਸਾਨ ਲੀਡਰਸ਼ਿਪ ਬੋਲੀ ਹੈ, ਕਿਸੇ ਇੱਕ ਦਾ ਨਾਂ ਕੀ ਲੈਣਾ, ਸਾਰੇ ਮਤਲਬ ਸਿੰਘੂ ਬਾਰਡਰ, ਕੁੰਡਲੀ ਬਾਰਡਰ ਤੇ ਟਿੱਕਰੀ ਬਾਰਡਰ ਤੱਕ ਸਾਰੇ ਕਿਸਾਨ ਲੀਡਰ ਜਿਹੜੇ ਆ ਵੱਖ ਥਾਵਾਂ ਦੇ ਉੱਤੇ ਬੋਲੇ ਨੇ ਤੇ ਉਹਨਾਂ ਦੀ ਸੁਰ ਜਿਹੜੀ ਹੈ ਉਹ ਲਗਭਗ ਇੱਕੋ ਜਿਹੀ ਰਹੀ ਹੈ। ਕਿਉਂਕਿ ਸੁਰ ਉਦੋਂ ਹੀ ਇੱਕੋ ਜਿਹੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਮਸਲੇ ਦੇ ਉੱਤੇ ਇੱਕ ਮਤ ਹੋ ਜਾਂਦੇ ਆ। ਤਾਂ ਸਾਰੀ ਕਿਸਾਨ ਲੀਡਰਸ਼ਿਪ, ਭਾਵੇਂ ਜੋਗਿੰਦਰ ਸਿੰਘ ਉਗਰਾਹਾਂ ਹੋਰੀ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਦਾ ਹਿੱਸਾ ਨਹੀਂ, ਪਰ ਉਹਨਾਂ ਦੀ ਸੁਰ ਵੀ ਉਹੀ ਹੈ ਜਿਹੜੀ ਸੁਰ ਬਾਕੀ ਜਥੇਬੰਦੀਆਂ ਦੀ ਰਹੀ ਹੈ, 32 ਕਿਸਾਨ ਜਥੇਬੰਦੀਆਂ ਦੀ। ਤੇ ਉਹਨਾਂ ਨੇ ਵੀ, ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਟਿੱਕਰੀ ਬਾਰਡਰ ਤੇ ਇਹੀ ਗੱਲ ਕਹੀ ਹੈ ਵੀ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਚਿੱਠੀ ਲਿਖੀ ਹੋਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਭਾਰਤ ਦੀ ਸਰਕਾਰ ਨੂੰ, ਜਿਹਦੇ 'ਚ 6 ਦੇ ਕਰੀਬ ਨੁਕਤੇ ਨੇ। ਤੇ ਉਸ ਚਿੱਠੀ ਰਾਹੀਂ ਕਿਹਾ ਗਿਆ ਕਿ ਇਹ ਜਿਹੜਾ ਮਸਲਾ ਆ, ਜਿਹਨੂੰ ਤੁਸੀਂ ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਹੀ, ਉਹ ਤਾਂ ਹੋ ਜਾਏਗਾ, ਕਰ ਰਹੇ ਹੋ ਤੁਸੀਂ, ਤੁਹਾਡਾ ਧੰਨਵਾਦ ਹੈ। ਪਰ ਜਿਹੜੇ ਆਹ 6 ਹੋਰ ਨੁਕਤੇ ਨੇ, 5-6 ਨੁਕਤੇ ਨੇ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ ਹੈ, ਤੇ ਇਹਨਾਂ ਮਸਲਿਆਂ ਦਾ ਵੀ ਹੱਲ ਕਰੋ ਤਾਂ ਜੋ ਕਿਸਾਨ ਅੰਦੋਲਨ ਜਿਹੜਾ ਆ ਉਹ ਵਾਪਸ ਲੈ ਕੇ ਫਿਰ ਅਸੀਂ ਵੀ ਆਪਣੇ ਘਰਾਂ ਨੂੰ ਪਰਤੀਏ। ਪਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਾਲੇ ਤੱਕ ਉਸ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਤੇ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੇਗਾ ਕਿ ਇਸ ਮਸਲੇ ਦੇ ਉੱਤੇ ਭਵਿੱਖ ਦੀ ਰਣਨੀਤੀ ਕੀ ਰਹੇਗੀ। ਉਹਦੇ ਵਾਸਤੇ 27 ਯਾਨੀ ਹੁਣ ਸਾਡੇ ਅੱਜ ਹੋ ਗਿਆ, ਤੁਹਾਡੇ ਕੱਲ ਹੋਣੀ ਹੈ, 26 ਤਰੀਕ ਤੇ ਲੰਘ ਗਈ। ਅੱਜ SKM ਦੀ ਮੀਟਿੰਗ ਹੈ, ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੈ, ਜਿਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਵੀ ਇਹ ਤੈਅ ਕੀਤਾ ਜਾਏਗਾ ਵੀ ਕਿਵੇਂ ਅਗਲਾ ਅੰਦੋਲਨ ਲੜਿਆ ਜਾਣਾ। ਕਿਉਂਕਿ ਜਦੋਂ ਤੱਕ MSP ਤੇ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਤੇ ਉਹਦੇ ਤੇ ਗੱਲ ਨਹੀਂ ਕੀਤੀ ਜਾਂਦੀ, ਜਦੋਂ ਤੱਕ ਬਿਜਲੀ ਅਮੈਂਡਮੈਂਟ ਬਿੱਲ ਵਾਪਸ ਨਹੀਂ ਹੁੰਦਾ, ਸੀਡ ਬਿੱਲ ਵਾਪਸ ਨਹੀਂ ਹੁੰਦਾ, ਤੇ ਨਾਲ ਦੀ ਨਾਲ ਖਾਸ ਤੌਰ ਦੇ ਉੱਤੇ ਜਿਹੜਾ ਲਖੀਮਪੁਰ ਖੀਰੀ ਵਾਲੀ ਘਟਨਾ, ਉਹਦੇ ਲਈ ਜਿਹੜਾ ਸਿੱਧੇ ਤੌਰ ਤੇ ਦੋਸ਼ੀ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਬਰਖਾਸਤ ਨਹੀਂ ਕੀਤਾ ਜਾਂਦਾ। ਤੇ ਨਾਲ ਜਿਹੜੇ 700 ਤੋਂ 800 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋਏ ਹੈ, ਉਹਨਾਂ ਵਾਸਤੇ ਮੁਆਵਜ਼ੇ ਦਾ ਕੋਈ ਫੈਸਲਾ ਨਹੀਂ ਹੁੰਦਾ। ਤੇ ਇੱਕ ਚਿੱਠੀ ਦੇ ਵਿੱਚ ਉਸ 'ਚ ਇਹ ਵੀ ਮੰਗ ਕੀਤੀ ਗਈ ਹੈ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਸਮਾਰਕ ਬਣਾਉਣੀ ਹੈ ਸਿੰਘੂ ਬਾਰਡਰ ਤੇ, ਉਹਦੇ ਵਾਸਤੇ ਜ਼ਮੀਨ ਜਿਹੜੀ ਹੈ
ਦੇਣ ਦਾ ਫੈਸਲਾ ਨਹੀਂ ਕੀਤਾ ਜਾਂਦਾ। ਇਹ ਕੁਝ ਫੌਰੀ ਮੁੱਦੇ ਨੇ ਜਿਨ੍ਹਾਂ ਤੇ ਤੁਰੰਤ ਸਰਕਾਰ ਨੂੰ ਐਕਸ਼ਨ 'ਚ ਆਉਣਾ ਪਏਗਾ। ਇਹ ਗੱਲ ਉੱਭਰ ਕੇ ਆਈ ਹੈ ਕਿਸਾਨ ਮੋਰਚਿਆਂ 'ਚੋਂ 26 ਤਰੀਕ ਵਾਲੇ ਦਿਨ, ਜਦੋਂ 1 ਸਾਲ ਪੂਰਾ ਹੋਇਆ ਸਾਡੇ ਅੰਦੋਲਨ ਨੂੰ, ਇਸ ਨੂੰ, ਵੀ ਇਹ ਜਦੋਂ ਤੱਕ ਇਹਨਾਂ ਮੰਗਾਂ ਪ੍ਰਤੀ ਜਿਹੜਾ ਸਰਕਾਰ ਦਾ ਵਤੀਰਾ ਪੋਜ਼ਿਟਿਵ ਨਹੀਂ ਹੁੰਦਾ, ਗੱਲ ਨਹੀਂ ਤੁਰਦੀ, ਦੂਜੀ ਗੱਲ ਐਗਰੀਮੈਂਟ ਨਹੀਂ ਹੁੰਦਾ, ਲਿਖਤੀ ਤੌਰ ਤੇ ਕੁਝ ਨਹੀਂ ਹੁੰਦਾ, ਉਨੀ ਦੇਰ ਤੱਕ ਇਹ ਅੰਦੋਲਨ ਜਿਹੜਾ ਆ ਉਹ ਚੱਲੇਗਾ ਹਾਲੇ, ਤੇ ਇਹ ਅੰਦੋਲਨ ਅੱਗੇ ਵੀ ਵਧੇਗਾ। ਪਰ ਅਸੀਂ ਹੁਣ ਆਪਣੇ ਵੱਲੋਂ ਤਾਂ ਕੁਝ ਨਹੀਂ ਕਹਿ ਰਹੇ, ਪਰ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ 'ਚ ਤੈਅ ਹੋਏਗਾ ਕਿ ਇਸ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਹੋਣੀ ਹੈ। ਹਾਲ ਫਿਲਹਾਲ 29 ਤਰੀਕ ਦਾ ਜਿਹੜਾ ਵਿੰਟਰ ਸੈਸ਼ਨ ਵੇਲੇ ਮਾਰਚ ਹੈ, ਟਰੈਕਟਰ ਮਾਰਚ ਕਿਸਾਨਾਂ ਦਾ, ਉਹ ਸਟਿਲ ਉਵੇਂ ਹੀ ਹੈ। ਤੇ ਜੇ ਅੱਜ ਦੀ ਮੀਟਿੰਗ ਉਹਨੂੰ ਕੋਈ ਬਦਲਦੀ ਆ ਉਸ ਐਕਸ਼ਨ ਨੂੰ ਜਾਂ ਨਹੀਂ ਬਦਲਦੀ, ਇਹ ਹੁਣ ਆਪਾਂ ਨੂੰ ਸ਼ਾਮ ਤੱਕ ਪਤਾ ਲੱਗੇਗਾ। ਜੀ ਅੱਛਾ ਦਸਾਂਝ ਸਾਹਿਬ, ਜਿਹੜਾ MSP ਦੀ ਵੱਡੀ ਮੰਗ ਹੈ, ਮੇਰੇ ਖਿਆਲ ਸਭ ਤੋਂ ਵੱਡੀ ਇਸ ਵੇਲੇ ਜਿਹੜੀ ਆ ਉਹਨੂੰ ਲੀਗਲ ਬਣਾਉਣ ਦੀ ਜਿਹੜੀ ਵੱਡੀ ਮੰਗ ਹੈ, ਉਹਦੇ ਬਾਰੇ ਬਹੁਤ ਸਾਰੇ ਲੋਕ ਵੱਖਰੀ ਵੱਖਰੀ ਤਰ੍ਹਾਂ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ। ਅੱਜ ਮੈਂ ਅਚਾਨਕ ਕਿਤੇ ਜਾ ਰਿਹਾ ਸੀ ਤੇ ਰੇਡੀਓ ਔਨ ਕੀਤਾ, ਸਾਡੇ ਇੱਥੇ ਇੱਕ ਆਪਣੇ ਆਪ ਨੂੰ ਬੜੇ ਅੱਛੇ ਪੱਤਰਕਾਰ ਗਿਣਦੇ ਨੇ, ਉਹਨਾਂ ਦਾ ਚੈਨਲ ਵੀ ਆ, ਉਹ ਜਦੋਂ ਗੱਲ ਕਰ ਰਹੇ ਸੀ ਕਹਿੰਦੇ ਸੀ ਕਿ ਜੀ ਇਹ ਬਹੁਤ ਔਖਾ ਕੰਮ ਹੈ, ਜਿਹੜੀ ਚੀਜ਼ ਸਰਕਾਰ ਕਹਿ ਰਹੀ ਸੀਗੀ ਕਿ ਜਿਹੜਾ ਅੱਗੇ ਤੇ ਇਕੱਲੇ ਪੰਜਾਬ, ਹਰਿਆਣਾ ਤੇ ਯੂਪੀ ਦੇ ਕੁਝ ਹਿੱਸੇ 'ਚ ਮਿਲਦੀ ਸੀ ਆਪਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ, ਤੇ ਜਦੋਂ ਹੁਣ ਕਿਸਾਨਾਂ ਨੇ ਖੁਦ ਹੀ ਇਹ ਪੰਗਾ ਲੈ ਲਿਆ ਕਿ ਸਾਰੇ ਭਾਰਤ ਵਿੱਚ ਕੀਤੀ ਜਾਵੇ, ਤੇ ਦੂਜੇ ਪਾਸੇ ਦੇ ਕਿਸਾਨ ਵੀ ਖੜੇ ਹੋ ਗਏ, ਤੇ ਜਿਹੜੀ ਇੱਥੋਂ ਵਾਲੀ ਲੀਡਰਸ਼ਿਪ ਆ ਇਹਨਾਂ ਦੀ ਪੋਜੀਸ਼ਨ ਜਿਹੜੀ ਆ ਉਹ ਬੜੀ ਖਰਾਬ ਹੋ ਰਹੀ ਆ। ਹਾਲਾਂ ਕੁਝ ਕਾਲਰ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਕਿ ਇੱਦਾਂ ਨਹੀਂ ਆ, ਪੰਜਾਬੀ ਹਮੇਸ਼ਾ ਸਾਰਿਆਂ ਲਈ ਲੜੇ ਆ, ਸਮੁੱਚੇ ਭਾਰਤ ਲਈ ਲੜੇ ਆ, ਇੱਦਾਂ ਦੀ ਕੋਈ ਗੱਲ ਨਹੀਂ ਆ, ਤੇ ਨਾ ਹੀ ਇੱਦਾਂ ਦੀ ਕੋਈ ਕਹਾਣੀ ਆ ਕਿ ਪ੍ਰਾਈਵੇਟ ਪਲੇਅਰ ਤੇ ਅੱਗੇ ਤੁਸੀਂ ਕੱਲ੍ਹ ਗੱਲ ਕੀਤੀ ਸੀ ਕਿ ਮਾਰਕੀਟ 'ਚ ਹੈਗੇ ਨੇ, ਸਰਕਾਰ ਨੇ ਸਾਰੀ ਤੇ ਖਰੀਦ ਕਰਨੀ ਨਹੀਂ। ਮੰਗ ਤਾਂ ਸਿਰਫ ਇੰਨੀ ਆ ਵੀ ਇੱਕ ਰੇਟ ਫਿਕਸ ਕਰ ਦਿੱਤਾ ਜਾਵੇ ਕਿ ਇਹਦੇ ਤੋਂ ਘੱਟ ਰੇਟ ਤੇ ਕੋਈ ਵੀ ਵਪਾਰੀ ਜਾਂ ਸਰਕਾਰ ਜਿਹੜੀ ਆ ਉਹ ਨਹੀਂ ਚੁੱਕੇਗੀ, ਤਾਂ ਕਿ ਕਿਸਾਨਾਂ ਦੀ ਲੁੱਟ ਨਾ ਹੋ ਸਕੇ। ਪਰ ਉਹਨੂੰ ਇੱਕ ਰੰਗ ਦਿੱਤਾ ਜਾ ਰਿਹਾ ਬਾਰ-ਬਾਰ ਕਿ ਵੇਖੋ ਜੀ ਇਹ ਤੇ ਕਿਸਾਨ ਯੂਨੀਅਨ ਦੀ ਇੱਕ ਕਿਸਮ ਦੀ ਧੱਕੇਸ਼ਾਹੀ ਆ ਕਿ ਸਾਰੇ ਹਿੰਦੁਸਤਾਨ 'ਚੋਂ ਸਰਕਾਰ ਖਰੀਦ ਹੀ ਨਹੀਂ ਸਕਦੀ, ਇਹਨਾਂ ਪ੍ਰੋਡਿਊਸ ਜਿਹੜਾ ਉਹਨੂੰ ਕਰੂਗੀ ਕੀ ਸਰਕਾਰ, ਯਾਨੀ ਕਿ ਇਸ ਤਰ੍ਹਾਂ ਦੀ ਚੀਜ਼ ਅਜੇ ਵੀ ਚੱਲ ਰਹੀ ਆ। ਦੇਖੋ ਨਾ ਜੀ, ਮੈਂ ਰਜੀਤ ਗਿੱਲ ਜੀ, ਕੱਲ ਆਪਾਂ ਜਿਹੜੀ ਗੱਲ ਕੀਤੀ ਉਸ ਗੱਲ ਨੂੰ ਦੁਹਰਾਉਂਦੇ ਨਹੀਂ, ਪਰ ਇੱਕ ਸਤਰ 'ਚੋਂ ਗੱਲ ਕਹਿ ਦਿੰਦੇ ਆ ਵੀ MSP ਫਿਕਸ ਕਰਨ ਦਾ ਮਤਲਬ ਇਹ ਥੋੜ੍ਹਾ ਆ ਵੀ ਹਾਂ ਉਹ ਸਾਰੀ ਖਰੀਦ ਸਰਕਾਰ ਨੇ ਕਰਨੀ ਹੈ, ਜਿੱਦਾਂ ਤੁਸੀਂ ਹੁਣ ਗੱਲ ਵੀ ਕਹੀ ਹੈ। MSP ਫਿਕਸ ਕਰਨ ਦਾ ਮਤਲਬ ਹੈ ਵੀ ਜਿਹੜੀ ਕਿਸਾਨ ਦੀ ਓਵਰਆਲ ਲਾਗਤ ਹੈ ਤੇ ਉਹਦੇ ਉੱਤੇ ਜਿਹੜੀ ਲੇਬਰ ਹੈ ਤੇ ਉਹਦਾ ਜਿਹੜਾ ਥੋੜ੍ਹਾ ਬਹੁਤ ਵੀ ਮੁਨਾਫਾ ਜਿੰਨਾ ਕੁ ਜ਼ਰੂਰਤ ਹੈ, ਤੇ ਉਹਦੇ ਮੁਤਾਬਕ ਹਰ ਸਾਲ MSP ਫਿਕਸ ਕੀਤੀ ਜਾਏ। ਹਰ ਸਾਲ ਜਿੱਦਾਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਹੈ, ਮਹਿੰਗਾਈ ਵੀ 6 ਤੋਂ 7% ਵੱਧਦੀ ਹੈ, ਉਹਦੇ ਮੁਤਾਬਕ ਹੀ ਹਰ ਸਾਲ MSP ਫਿਕਸ ਹੋਣੀ ਚਾਹੀਦੀ ਹੈ ਫਸਲਾਂ ਦੀ। ਤੇ ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਸਾਰੀ ਸਰਕਾਰ ਨੇ ਖਰੀਦਣੀ, ਪ੍ਰਾਈਵੇਟ ਪਲੇਅਰਸ ਨੇ ਬਹੁਤੀ ਹੈਗੀ ਆ, ਤੇ ਉਹ ਘੱਟੋ ਘੱਟ ਉਨੀ ਕੀਮਤ ਤਾਂ ਦੇਣ ਨਾ ਜਿਹੜੀ ਲਾਗਤ ਤੇ ਨਾਲ ਲੇਬਰ ਲੱਗੀ ਹੋਈ ਹੈ, ਤੇ ਹਲਕਾ ਜਿਹਾ ਛੋਟਾ ਜਿਹਾ ਗੁਜ਼ਾਰੇ ਜੋਗਾ ਮੁਨਾਫਾ। ਤੇ ਉਹਦੇ ਕਾਰਨ 'ਚ ਕੀ ਦਿੱਕਤ ਹੈ, ਉਹ ਸਰਕਾਰ ਦੇ ਕੋਲੋਂ ਤਾਂ ਦੇਣਾ ਨਹੀਂ ਕੁਛ ਵੀ। ਇਹਦਾ ਮਤਲਬ ਹੈ ਕਿ ਜੋ MSP ਫਿਕਸ ਨਹੀਂ ਕਰ ਰਹੀ ਸਰਕਾਰ, ਵੀ ਉਹ ਪ੍ਰਾਈਵੇਟ ਪਲੇਅਰਸ ਨੂੰ ਖੁੱਲ੍ਹ ਦੇ ਰਹੀ ਆ ਵੀ ਤੁਸੀਂ ਲੁੱਟੋ ਜਿੰਨਾ ਮਰਜ਼ੀ ਇਹਨਾਂ ਨੂੰ। ਜੇ ਮਤਲਬ ਉਹਦੀ ਲਾਗਤ ਵੀ ਨਹੀਂ ਦੇਣੀ ਪ੍ਰਾਈਵੇਟ ਪਲੇਅਰ ਨੇ, ਵੀ ਜਦੋਂ ਪਈ ਰਵੇ ਅਸੀਂ ਨਹੀਂ ਖਰੀਦਦੇ, ਤੇ ਮੁੜ ਕੇ ਮਜਬੂਰੀ ਦੇ ਵਿੱਚ ਕਿਸਾਨ ਨੂੰ ਜਿਹੜੀ ਮਤਲਬ 2000 ਦੀ ਕੀਮਤ ਹੈ ਉਹਦੀ 1 ਕੁਇੰਟਲ ਦੀ, ਮੰਨ ਲਓ ਉਹਨੂੰ 600 ਦੀ 700 ਦੀ ਦੇਣੀ ਪਵੇ, ਇਹ ਚਾਹੁੰਦੀ ਆ ਸਰਕਾਰ MSP ਨਾ ਦੇ ਕੇ। ਸੋ ਜਿਹੜਾ ਨੈਰੇਟਿਵ ਉਸਾਰੇ ਜਾ ਰਹੇ ਨੇ, ਇਹ ਉਹੀ ਲੋਕ ਨੇ ਜਿਹੜੇ ਅਸਲ ਦੇ ਵਿੱਚ ਪ੍ਰਾਈਵੇਟ ਪਲੇਅਰਸ ਦੀ ਮਦਦ ਕਰ ਰਹੀ ਸਰਕਾਰ ਦੇ ਹਮਾਇਤੀ ਨੇ, ਜਾਂ ਕਹਿ ਲਓ ਅੰਧ ਭਗਤੀ ਇਹ ਹੈ ਇੱਕ ਕਿਸਮ ਦੀ ਸਰਕਾਰ ਦੀ, ਆਊਟ ਆਫ ਵੇ ਜਾ ਕੇ ਸਰਕਾਰ ਦੇ ਇਸ ਜਿਹੜੀ ਸਰਕਾਰ ਦੀ ਨੀਤੀ ਤੇ ਨੀਅਤ ਹੈ ਉਹਦੀ ਸਮਰਥਨ ਕਰਨ ਵਾਲੇ ਇਹ ਲੋਕ ਨੇ। ਮੈਂ ਇਹਦੇ ਤੋਂ ਅੱਗੇ ਜਾਣਾ ਥੋੜਾ ਜਿਹਾ, ਮੈਂ ਤਾਂ MSP ਤੋਂ ਵੀ ਅੱਗੇ ਜਾਣ ਦੀ ਗੱਲ ਕਰਦਾ। ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈਂਦੇ ਹਾਂ, ਮਤਲਬ ਮੈਂ ਤੁਹਾਨੂੰ ਇੱਕ ਬ੍ਰੈਡ ਹੈ, ਸਾਡੇ ਇੱਥੇ ਬ੍ਰੈਡ ਵਿਕਦੀ ਆ, ਉਹ ਮੈਂ ਕੰਪਨੀ ਦਾ ਨਾਂ ਨਹੀਂ ਲੈਂਦਾ, ਉਹ ਬ੍ਰੈਡ ਜਿਹੜੀ ਵਿਕਦੀ ਆ ਉਹ 2 ਸਾਲ ਬਾਅਦ ਉਹ ਜਿਹੜੀ ਕੰਪਨੀ ਬ੍ਰੈਡ ਵੇਚਦੀ ਆ, 2 ਸਾਲ ਬਾਅਦ ਉਹ 5 ਰੁਪਏ ਦਾ ਇਮੀਡੀਏਟ ਵਾਧਾ ਕਰ ਦਿੰਦੇ ਬ੍ਰੈਡ ਦੀ ਕੀਮਤ ਦੇ ਵਿੱਚ।
ਮਤਲਬ ਅੱਜ ਤੋਂ 2 ਸਾਲ ਪਹਿਲਾਂ ਉਹ 35 ਰੁਪਏ ਦੀ ਬ੍ਰੈਡ ਸੀ, ਅੱਜ ਉਹ 2 ਸਾਲ ਬਾਅਦ 40 ਰੁਪਏ ਦੀ ਕਰਤੀ। ਸਵੇਰੇ ਮੈਂ ਇੱਕ ਦਿਨ ਜਦੋਂ ਗਿਆ, ਇੱਕ ਦਿਨ ਮੈਂ ਪਹਿਲਾਂ ਗਿਆ ਅੱਜ ਤੋਂ 4 ਸਾਲ ਪਹਿਲਾਂ, ਤੇ ਉਹ ਬ੍ਰੈਡ 30 ਰੁਪਏ ਦੀ ਸੀ। ਤੇ 2 ਸਾਲ ਪਹਿਲਾਂ ਮੈਂ ਗਿਆ ਤੇ ਉਹ ਬ੍ਰੈਡ ਲੈਣ ਤੇ ਕਹਿੰਦੇ ਜੀ 35 ਰੁਪਏ। ਮੈਂ ਕਿਹਾ ਵੀ 35, ਇਹ ਤਾਂ ਕੱਲ ਤਾਂ 30 ਦੀ ਸੀ। ਕਹਿੰਦੇ ਜੀ ਇਹਨਾਂ ਨੇ ਰੇਟ ਵਧਾਤੇ। ਤੇ ਆਹ ਹੁਣ ਪਿਛਲੇ ਦਿਨ ਹੀ ਗਿਆ ਤੇ ਮੈਂ, ਉਹ ਕਹਿੰਦੇ ਜੀ 40 ਰੁਪਏ ਦਿਓ। ਮੈਂ ਕਿਹਾ ਯਾਰ ਇਹ ਤਾਂ 35 ਰੁਪਏ ਦੀ ਸੀ। ਕਹਿੰਦੇ ਨਹੀਂ ਜੀ ਉਹਨਾਂ ਨੇ ਰੇਟ ਵਧਾਤੇ। ਕੀ ਉਸ ਬ੍ਰੈਡ ਦੇ ਰੇਟ ਸਰਕਾਰ ਨੇ ਵਧਾਏ ਆ? ਉਹ ਜਿਹੜੇ ਬ੍ਰੈਡ ਬਣਾਉਂਦੇ ਆ ਜਿਹੜੇ ਉਹਨਾਂ ਨੇ ਵਧਾਤੇ, ਇਮੀਡੀਏਟ ਵਧਾਤੇ, ਕਿਸੇ ਨੂੰ ਪੁੱਛਿਆ ਵੀ ਨਹੀਂ। ਮੰਨ ਲਓ ਉਹਦੀ 1 ਲੱਖ ਬ੍ਰੈਡ ਵਿਕਦੀ ਆ, ਕਿਉਂਕਿ ਉਹੀ ਪਾਪੂਲਰ ਬ੍ਰੈਡ ਆ ਸਾਡੇ ਇੱਥੇ। 1 ਲੱਖ ਬ੍ਰੈਡ ਵਿਕਦੀ ਆ ਤੇ 5 ਰੁਪਏ ਉਹਨੇ ਰਾਤੋਂ ਰਾਤ ਰੇਟ ਵਧਾਤਾ। 5 ਲੱਖ ਰੁਪਏ ਉਹਨੇ ਇੱਕੋ ਦਿਨ ਦੇ ਵਿੱਚ ਮਤਲਬ ਆਪਣੇ ਮੁਨਾਫੇ 'ਚ ਵਾਧਾ ਕਰ ਲਿਆ। ਉਹਦੇ 'ਚ ਕੋਈ ਚੈੱਕ ਹੈ? ਕਿਸੇ ਨੇ ਚੈੱਕ ਕੀਤਾ ਵੀ ਉਹ ਬ੍ਰੈਡ ਵਾਲਾ ਕਿਉਂ ਐਵੇਂ ਕੀਮਤ ਵਧਾਈ ਜਾਂਦਾ? ਏਦਾਂ ਕਿਸਾਨ ਦੀ ਸੁਤੰਤਰਤਾ ਕਿਉਂ ਨਹੀਂ ਹੈ? ਮਤਲਬ ਹਰ ਵਿਅਕਤੀ, ਮੈਂ ਛੋਟੀ ਜਿਹੜੀ ਇੰਡਸਟਰੀ ਹੈ ਉਹਦੀ ਗੱਲ ਕਰਦਾ, ਜਾਂ ਘਰੇਲੂ ਜਿਹੜਾ ਇੰਡਸਟਰੀ ਉਹਦੀ ਵੀ ਗੱਲ ਕਰ ਲਈਏ, ਵੀ ਕੋਈ ਚੀਜ਼ ਬਣਾਉਂਦਾ, ਮੰਨ ਲਓ ਕੋਈ ਪੈਨ ਬਣਾਉਂਦਾ, ਪੈਨ ਦੀ ਕੀਮਤ ਉਹ ਆਪ ਹੀ ਤੈਅ ਕਰ ਦਿੰਦਾ, ਸਰਕਾਰ ਥੋੜ੍ਹਾ ਤੈਅ ਕਰਦੀ ਵੀ ਮੈਂ ਤਾਂ ਇੰਨੇ ਦਾ ਪੈਨ ਵੇਚਣਾ। ਮੰਨ ਲਓ ਉਹਦਾ 1 ਰੁਪਏ ਦੀ ਉਹਦੀ ਲਾਗਤ ਪਈ ਹੈ, 50 ਪੈਸੇ ਉਹਨੇ ਲੇਬਰ ਪਾ ਲਈ ਆ, 50 ਪੈਸੇ ਮੁਨਾਫਾ ਪਾ ਲਿਆ, ਉਹਨੇ 2 ਰੁਪਏ ਪੈਨ ਦੀ ਕੀਮਤ ਰੱਖਤੀ। ਠੀਕ ਹੈ ਨਾ ਜੀ? ਜਦੋਂ ਜੀ ਕਰਦਾ ਉਹ 50 ਪੈਸੇ ਹੋਰ ਵਧਾ ਦੂਗਾ। ਪਰ ਕਿਸਾਨ ਆਪਣੀ ਫਸਲ ਬੀਜਦਾ ਆ, ਉਹਨੂੰ ਪਾਲਦਾ ਆ 4-6 ਮਹੀਨੇ, ਉੱਤੇ ਉਹਦੀ ਜਿੰਨੀ ਲਾਗਤ ਹੈ, ਫਿਰ ਉਹ ਲਾਗਤ ਤੋਂ ਬਾਅਦ ਉਹਦੇ ਤੇ ਜਿਹੜੀ ਲੇਬਰ ਹੈ 4-6 ਮਹੀਨੇ ਦੀ, ਫਿਰ ਉਹ ਜੇ ਮੁਨਾਫਾ ਜੋੜੇ ਤਾਂ ਉਹ MSP ਤੋਂ ਅੱਗੇ ਜੇ ਬਾਕੀ ਲੋਕ ਜਿਹੜੇ ਆਪਣੀ MRP ਆਪ ਤੈਅ ਕਰਦੇ ਆ, ਮਿਨੀਮਮ ਰਿਟੇਲ ਪ੍ਰਾਈਸ, ਮੈਂ ਤਾਂ ਕਹਿੰਦਾ ਕਿਸਾਨ ਨੂੰ MRP ਦਾ ਹੱਕ ਹੋਣਾ ਚਾਹੀਦਾ ਵੀ ਉਹ ਆਪਣੀ ਫਸਲ ਦੀ ਕੀਮਤ ਆਪ ਤੈਅ ਕਰ ਸਕੇ ਵੀ ਮੈਂ ਤਾਂ ਇੰਨੇ ਦੀ ਵੇਚਣੀ ਹੈ। ਪਰ ਕਿਸਾਨ ਉਹ ਤਾਂ ਮੰਗਦਾ ਹੀ ਨਹੀਂ। ਕਿਸਾਨ ਤਾਂ ਕਹਿੰਦਾ ਸਰਕਾਰ ਤੈਅ ਕਰ ਦੇਵੇ ਭਾਈ MSP, ਤੇ ਉਸ ਤੋਂ ਘੱਟ ਕੋਈ ਲੈਣ ਦਵੇ ਨਾ ਸਾਨੂੰ। ਹੁਣ ਇਹਦੇ 'ਚ ਦਿੱਕਤ ਕੀ ਹੈ? ਦਿੱਕਤ ਸਿਰਫ ਇਹੀ ਹੈ, ਸਰਕਾਰ ਜਿਹੜੇ ਪ੍ਰਾਈਵੇਟ ਪਲੇਅਰ ਹੈ ਉਹਨਾਂ ਦੀ ਹੈਲਪਰ ਹੈ। ਸਰਕਾਰ ਹੈ ਹੀ ਉਹਨਾਂ ਦੀ, ਸਰਕਾਰ ਕਿਸਾਨ ਦੀ ਨਹੀਂ ਹੈ, ਸਰਕਾਰ ਆਮ ਵਿਅਕਤੀ ਦੀ ਨਹੀਂ ਹੈ ਜੀ। ਦਸਾਂਝ ਸਾਹਿਬ, ਚਲੋ ਮੈਂ ਇਹ ਗੱਲ ਚੱਲੀ ਹੈ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਆ, ਜਿਹੜੀ ਜੋ ਵੀ ਪ੍ਰੋਡਕਟ ਅਸੀਂ ਬਾਜ਼ਾਰ 'ਚੋਂ ਖਰੀਦਦੇ ਆ ਉਹਦੇ ਉੱਤੇ ਲਿਖਿਆ ਹੁੰਦਾ ਮੈਕਸੀਮਮ ਰਿਟੇਲ ਪ੍ਰਾਈਸ, ਉਹ ਰੇਟ ਫਿਕਸ ਕੌਣ ਕਰਦਾ? ਕੋਈ ਸੰਸਥਾ ਹੈ? ਜਿਹੜੀਆਂ ਤਾਂ ਵੱਡੀਆਂ ਕੰਪਨੀਆਂ, ਮੈਂ ਹਾਂਜੀ, ਸਪੋਜ਼ ਕਰੋ ਅਸੀਂ ਟੂਥਪੇਸਟ ਲੈ ਕੇ ਆਉਂਦੇ ਆ, ਸੋਪ ਲੈ ਕੇ ਆਉਂਦੇ ਆ, ਜਿਹੜੀਆਂ ਡੇਲੀ ਯੂਜ਼ਸ ਦੀਆਂ ਚੀਜ਼ਾਂ ਨੇ, ਉਹਦੇ ਉੱਤੇ ਹਰ ਚੀਜ਼ ਦੇ ਉੱਤੇ ਇੱਕ ਪ੍ਰਿੰਟ ਹੋਇਆ ਹੁੰਦਾ ਮੈਕਸੀਮਮ ਰਿਟੇਲ ਪ੍ਰਾਈਸ, ਤੇ ਉਹ ਕੋਈ ਸੰਸਥਾ ਹੈ ਜਿਹੜੀ ਇੱਥੇ ਕੰਟਰੋਲ ਕਰਦੀ ਹੈ? ਕੋਈ ਕੰਟਰੋਲ ਨਹੀਂ। ਆ ਪਾਰਲੇ ਜੀ ਨੇ ਜਿਹੜੇ ਬਿਸਕੁਟ ਹੈ, ਇਹ ਕੱਲ ਖਬਰ ਆਈ ਵੀ ਉਹ 7 ਤੋਂ 10% ਉਹਨਾਂ ਨੇ ਆਪਣੇ ਰੇਟ ਵਧਾਤੇ, ਆਪੇ ਵਧਾਤੇ। ਜਿਸ ਬ੍ਰੈਡ ਦਾ ਮੈਂ ਨਾਂ ਲਿਆ, ਉਹ ਬ੍ਰੈਡ ਵੀ ਜਿਹੜੀ ਆਪੇ ਵਧਾ ਗਈ ਰੇਟ ਆਪਣੇ। ਸਰਕਾਰ ਨੇ ਥੋੜ੍ਹਾ ਉਹਦੇ 'ਚ ਕੋਈ ਦਖਲ ਹੀ ਨਹੀਂ। ਪ੍ਰਾਈਵੇਟ ਕੰਪਨੀ ਆਪਣੀ ਮਰਜ਼ੀ ਨਾਲ ਆਪਣੀ, ਹੁਣ ਜਿੰਨੇ ਵੀ ਆ ਫੋਨ ਆਉਂਦੇ ਆ ਤੁਹਾਡੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਆ ਵੱਡੀਆਂ ਕੰਪਨੀਆਂ ਨੇ, ਮੋਬਾਈਲ ਫੋਨ ਹੈ, ਜੁਗਾਤੀ ਹੈ, ਜਦੋਂ ਨਵਾਂ ਫੋਨ ਲਾਂਚ ਹੁੰਦਾ ਆਪਣੀ ਮਰਜ਼ੀ ਨਾਲ ਕੀਮਤ ਤੈਅ ਕਰ ਦਿੰਦੇ ਆ। ਠੀਕ ਨਹੀਂ? ਇਹਦੇ ਤੇ ਮਤਲਬ ਤੁਸੀਂ ਦੱਸੋ ਵੀ ਹੈ ਕਿਸੇ ਦਾ ਕੰਟਰੋਲ? ਜਦੋਂ ਤੁਸੀਂ ਸਾਰਾ ਕੁਝ ਦੇ ਦਿੱਤਾ, ਮਤਲਬ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਜਾਂ ਕਾਰਪੋਰੇਟ ਹੈ, ਉਹ ਆਪਣੀ ਮਰਜ਼ੀ ਦੇ ਨਾਲ ਹੀ ਲੁੱਟਦੇ, ਜਿਹੜੇ ਨਵੇਂ ਤਰੀਕੇ ਲੱਭਦੇ ਆ, ਤੇ ਉਹ ਮਤਲਬ ਕੀਮਤ ਵੀ ਆਪੇ ਤੈਅ ਕਰਦੇ ਆ, ਤੇ ਉਹਦੇ 'ਚ ਜਿਹੜੀਆਂ ਕੰਡੀਸ਼ਨਸ ਜਿਹੜੀਆਂ ਲਾਉਂਦੇ ਆ ਉਹ ਵੀ ਆਪੇ ਤੈਅ ਕਰ ਦਿੰਦੇ। ਅੱਗੇ ਤੁਹਾਨੂੰ ਪਤਾ ਵੀ ਜਦੋਂ ਅੱਜ ਤੋਂ 25-30 ਸਾਲ ਪਹਿਲਾਂ ਜੇ ਕੋਈ ਆਪਾਂ ਸਮਾਨ ਲੈਣ ਜਾਂਦੇ ਸੀ, ਉੱਥੇ ਗਰੰਟੀ ਹੁੰਦੀ ਸੀ ਨਾ ਵੀ ਹਾਂ ਵੀ ਇਹਦੀ 1 ਸਾਲ ਦੀ ਗਰੰਟੀ ਹੈ, ਜਿਹੜਾ ਤੁਸੀਂ ਸਮਾਨ ਲੈ ਕੇ ਜਾ ਰਹੇ ਹੋ, ਜਾਂ 5 ਸਾਲ ਦੀ ਗਰੰਟੀ ਹੈ। ਗਰੰਟੀ ਖਤਮ ਹੀ ਹੋ ਗਈ, ਨਵਾਂ ਲਫ਼ਜ਼ ਲੱਭ ਲਿਆ, ਵਾਰੰਟੀ। ਵਾਰੰਟੀ ਅੱਜ ਕੱਲ੍ਹ ਗਰੰਟੀ ਤਾਂ ਹੈ ਹੀ ਨਹੀਂ ਕਿਸੇ ਚੀਜ਼ ਦੀ। ਇਹ ਵੀ ਉਹਨਾਂ ਨੇ ਤੈਅ ਕਰ ਲਿਆ ਵੀ ਅਸੀਂ ਗਰੰਟੀ ਨਹੀਂ ਦਿੰਦੇ ਭਾਈ, ਤੁਹਾਨੂੰ ਵਾਰੰਟੀ ਦਿੰਦੇ। ਉਹ 'ਚ ਬਹੁਤ ਮਾਈਨਰ ਜੇ ਕੋਈ ਉਹਨਾਂ ਦੇ ਜਿਹੜੇ ਹੁੰਦੇ ਆ ਵੀ ਹਾਂ ਵੀ ਆਹ ਜੇ ਕੋਈ ਇਹਦੇ 'ਚ ਪਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਉਹਨੂੰ ਅਸੀਂ ਚੇਂਜ ਕਰ ਦਾਂਗੇ ਜਾਂ ਉਹਦੀ ਰਿਪੇਅਰ ਕਰਾ ਦਾਂਗੇ। ਅੱਗੇ ਗਰੰਟੀ ਪੂਰੇ ਦੇ ਪੂਰੇ ਸਮਾਨ ਦੀ ਹੁੰਦੀ ਸੀ ਵੀ ਜੇ ਕੋਈ ਚੀਜ਼ ਵਿਗੜ ਗਈ ਹੈ ਤੇ ਉਹ ਸਾਰਾ ਕੁਝ ਹੀ ਤਬਦੀਲ ਕੀਤਾ ਜਾ ਸਕਦਾ, ਵੀ ਲਓ ਚੱਕੋ ਅਸੀਂ ਨਹੀਂ ਲੈਂਦੇ ਇਹ ਤੇ ਸਾਨੂੰ ਨਵਾਂ ਦਿਓ। ਸੋ ਇਹ ਸਾਰਾ ਕੁਝ ਕਾਰਪੋਰੇਟ ਆਪੇ ਤੈਅ ਕਰਦਾ। ਇੱਥੇ MRP ਜਿਹੜੀ ਆ, ਹਰੇਕ ਨੂੰ ਜਿਹੜਾ ਵੀ ਪ੍ਰੋਡਿਊਸ ਕਰਦਾ ਕੋਈ ਚੀਜ਼, ਉਹ MRP ਆਪਣੀ ਆਪੇ ਤੈਅ ਕਰ ਦਿੰਦਾ। ਇੱਕ ਕਿਸਾਨ ਹੀ ਹੈ ਜਿਹੜਾ ਤਰਲੇ ਕਰਦਾ ਫਾਇਦਾ ਕਿ ਸਾਨੂੰ MSP ਦੇ ਦਿਓ, MRP ਤਾਂ ਬਹੁਤ ਦੂਰ ਦੀ ਗੱਲ। ਅੱਛਾ ਦਸਾਂਝ ਸਾਹਿਬ, ਜਿਹੜੀ ਹੁਣ ਇਹ ਡਿਮਾਂਡ ਹੈ, ਬੜੀ ਵੱਡੀ ਮੰਗ ਹੈ, ਵੈਸੇ ਇਹਦੇ ਤੋਂ ਬਗੈਰ ਛੁਟਕਾਰਾ ਹੋਣਾ ਨਹੀਂ ਆ ਸਰਕਾਰ ਦਾ।
ਇਹ ਕਰਨਾ ਤੇ ਪਏਗਾ। ਜਿੱਦਾਂ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ, ਬਹੁਤ ਸਾਰੇ ਲੋਕਾਂ ਨੂੰ ਇਦਾਂ ਦਾ ਭਰਮ ਸੀ ਕਿ ਮੋਰਚਾ ਸਰ ਹੋਣਾ ਨਹੀਂ, ਪਰ ਕੁਝ ਲੋਕਾਂ ਦਾ ਇਹ ਵਿਸ਼ਵਾਸ ਸੀਗਾ ਲਗਾਤਾਰ ਕਿ ਨਹੀਂ ਇਹ ਹੋ ਕੇ ਰਹੇਗਾ, ਅੱਜ ਨਹੀਂ ਤੇ ਕੱਲ। ਹਾਲਾਤ ਜਿੱਦਾਂ ਮਰਜ਼ੀ ਬਣੇ, ਕੁਝ ਬਣੇ, ਕੋਈ ਕਹਿ ਲੇ ਕਿ ਵੋਟਾਂ ਖਾਤਰ ਕਰ ਲਿਆ, ਕੋਈ ਕੁਝ ਕਹਿ ਲੇ, ਪਰ ਕੁਝ ਲੋਕਾਂ ਨੂੰ ਇਹ ਵਿਸ਼ਵਾਸ ਸੀਗਾ, ਜਿਨ੍ਹਾਂ 'ਚ ਤੁਸੀਂ ਵੀ ਸ਼ਾਮਲ ਹੋ, ਕਿ ਮੋਰਚਾ ਤੇ ਜਿੱਤਿਆ ਪਿਆ ਆ, ਨੈਤਿਕ ਤੌਰ ਤੇ ਅਸੀਂ ਜਿੱਤ ਗਏ ਹਾਂ, ਹਮੇਸ਼ਾ ਕਹਿੰਦੇ ਰਹੇ ਹਾਂ। ਤੇ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ MSP ਵਾਲੀ ਜਿਹੜੀ ਮੰਗ ਹੈ ਉਹ ਵੀ ਮਤਲਬ ਸਰਕਾਰ ਨੂੰ ਆਖਿਰਕਾਰ ਮੰਨਣਾ ਪੈਣਾ? ਪਰ ਨਾਲ ਦੀ ਨਾਲ ਜਦੋਂ ਹੁਣ ਇਹ ਮੰਗ ਕਰ ਹੀ ਰਹੇ ਆ, ਤੇ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਕਹਿ ਰਿਹਾ ਕਿ ਜੋ ਮਿਨੀਮਮ ਤੁਸੀਂ ਦੇਣਾ ਸਰਕਾਰ ਫਿਕਸ ਕਰ ਦੇ। ਕਿਸਾਨਾਂ ਨੂੰ ਇਸ ਵੇਲੇ ਇਹ ਨਹੀਂ ਚਾਹੀਦਾ ਕਿ ਜਦੋਂ ਇੰਨਾ ਪ੍ਰੈਸ਼ਰ ਬਿਲਡ ਹੋਇਆ ਆ, ਇੰਨਾ ਵੱਡਾ ਅੰਦੋਲਨ ਲੜ ਲਿਆ, ਤੇ ਉਹ ਜਿਹੜੀ ਕਮੇਟੀ ਪਰਮਾਨੈਂਟ ਬਣੇ ਉਹਦੇ ਵਿੱਚ ਕੁਝ ਇੱਦਾਂ ਦੀਆਂ ਧਾਰਾ ਬਣ ਜਾਣ ਕਿ ਕਿਸਾਨਾਂ ਦੀ ਰਿਪਰੈਜ਼ੈਂਟੇਸ਼ਨ ਉਹ 'ਚ ਜ਼ਰੂਰ ਹੋਵੇ। ਜਿੱਥੇ ਇੱਕ ਪਾਸੇ ਖੇਤੀ ਅਰਥ ਸ਼ਾਸਤਰੀਆਂ ਦੀ ਜ਼ਰੂਰਤ ਹੈ, ਉਹਦੇ ਵਿੱਚ ਸਪੈਸ਼ਲਿਸਟ ਦੀ, ਨਾਲ ਦੀ ਨਾਲ ਕਿਸਾਨ ਦੀ ਧਿਰ ਵੱਲੋਂ ਵੀ 1-2 ਮੈਂਬਰ ਉਸ ਕਮੇਟੀ ਦੇ ਮੈਂਬਰ ਜ਼ਰੂਰ ਹੋਣ, ਜਿਹੜੇ ਸਮੇਂ-ਸਮੇਂ ਸਰਕਾਰ ਨੂੰ ਅਸਲੀ ਹਕੀਕਤ ਤੋਂ ਜਾਣੂ ਕਰਾਉਂਦੇ ਰਹਿਣ, ਤਾਂ ਕਿ ਜਦੋਂ ਹਰ ਸਾਲ ਰੇਟ ਬਣਦੇ ਨੇ, ਰਿਵਾਈਜ਼ ਹੁੰਦੇ ਨੇ, ਤੇ ਉੱਥੇ ਫਿਰ ਧੱਕਾ ਨਾ ਹੋਵੇ। ਕੀ ਇਸ ਤਰ੍ਹਾਂ ਦੀ ਕੋਈ ਡਿਮਾਂਡ ਵੀ ਹੈ ਉਹਦੇ ਵਿੱਚ ਕਿ ਕਿਸਾਨ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ? ਇੱਕ ਤਾਂ ਇਹਦੇ 'ਚ ਇਹ ਆ ਵੀ ਪਹਿਲੀ ਗੱਲ ਤਾਂ ਵੀ MSP ਵਾਸਤੇ ਗਾਰੰਟੀ ਕਾਨੂੰਨ ਬਣਾਉਣ ਦੀ ਜਿਹੜੀ ਮੰਗ ਹੈ, ਉਹ ਤਾਂ ਫੌਰੀ ਤੌਰ ਦੇ ਉੱਤੇ ਸਰਕਾਰ ਨੂੰ ਇਹਦੇ ਤੇ ਲਾਜ਼ਮੀ ਤੌਰ ਦੇ ਉੱਤੇ ਵਰਕ ਕਰਨਾ ਪਏਗਾ, ਤੇ ਇਹ ਗੱਲ ਮੰਨਣੀ ਪਏਗੀ ਵੀ ਹਾਂ MSP ਦਾ ਗਾਰੰਟੀ ਕਾਨੂੰਨ ਹੈ, ਪਰ ਹਰ ਸਾਲ ਜਿਹੜੀ ਕੀਮਤ ਫਿਕਸ ਹੋਣੀ ਉਹਦੇ ਵਾਸਤੇ ਕਮੇਟੀ ਬਣੇਗੀ। ਹੁਣ ਜੇ ਅੱਜ ਸਰਕਾਰ ਨੇ ਕਿਹਾ ਕਿ ਅਸੀਂ ਇੱਕ ਕਮੇਟੀ ਬਣਾਵਾਂਗੇ MSP ਦੇ ਉੱਤੇ, ਤੇ ਉਹਦੇ 'ਚ ਜਿਹੜੀ ਸਰਕਾਰ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਤੇ ਕਿਸਾਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਹੁਣ ਕਿਹੜੇ ਕਿਸਾਨਾਂ ਦੇ ਨੁਮਾਇੰਦੇ ਉਹਨਾਂ ਨੂੰ ਸ਼ਾਮਲ ਕਰਦੇ ਆ? ਕੀ ਉਹੀ ਜਿਨ੍ਹਾਂ ਨੂੰ ਉਹ ਅਸਲੀ ਕਿਸਾਨ ਕਹਿੰਦੇ ਰਹੇ ਆ ਵੀ ਅਸਲੀ ਕਿਸਾਨ ਤਾਂ ਜਿਹੜੇ ਆ ਉਹ ਖੁਸ਼ ਹੈ ਖੇਤੀ ਕਾਨੂੰਨਾਂ ਤੋਂ, ਇਹ ਤਾਂ ਜਿੰਨੇ ਵੀ ਆਏ ਫਰਜ਼ੀ ਕਿਸਾਨ? ਕੀ ਉਹ ਫਰਜ਼ੀ ਕਿਸਾਨਾਂ ਦੇ ਵਿੱਚੋਂ ਕੋਈ ਉਸ ਕਮੇਟੀ ਦੇ ਵਿੱਚ ਮੈਂਬਰ ਲੈਣਗੇ, ਜਾਂ ਫਿਰ ਆਪਣੇ ਜਿਹੜੇ ਕਿਸਾਨ ਹੋ ਕੇ ਸਮਝਦੇ ਆ ਕਿ ਆਹੀ ਅਸਲੀ ਕਿਸਾਨ ਹੈ, ਜਿਹੜੇ ਉਹਨਾਂ ਦੇ ਹਮਾਇਤੀ ਰਹੇ ਆ ਪਿਛਲੇ ਸਮੇਂ ਦੇ ਵਿੱਚ? ਘਣਵਤ ਵਰਗੇ, ਅੰਦਰ ਘਣਵਤ ਵਰਗੇ ਜਿਹੜੇ ਆਪਣੇ ਆਪ ਨੂੰ ਐਕਸਪਰਟ ਕਹਿੰਦੇ ਆ, ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਉਹਦਾ ਮੈਂਬਰ ਆ, ਜਿਹੜਾ ਕਹਿ ਰਿਹਾ ਸੀ ਵੀ ਸਰਕਾਰ ਨੇ ਬਹੁਤ ਗਲਤ ਕੀਤਾ ਇਹ ਕਾਨੂੰਨ ਵਾਪਸ ਲੈ ਕੇ, ਤੇ ਅਸੀਂ ਤਾਂ ਇਹ ਕਾਨੂੰਨਾਂ ਦੇ ਪੱਖ ਦੇ ਵਿੱਚ ਆ, ਜਾਂ ਉੱਦਾਂ ਦੇ ਲੋਕਾਂ ਨੂੰ ਕਿਸਾਨਾਂ ਦੇ ਨਾਂ ਤੇ ਲੈਣਗੇ ਵੀ ਇਹ ਕਿਸਾਨਾਂ ਦੇ ਨੁਮਾਇੰਦੇ ਆ। ਇਹ ਹੁਣ ਸਰਕਾਰ ਦੀ ਦਿਆਨਤਦਾਰੀ ਦੇ ਉੱਤੇ, ਇਮਾਨਦਾਰੀ ਦੇ ਉੱਤੇ, ਨੀਅਤ ਦੇ ਉੱਤੇ ਸਾਰਾ ਮਾਮਲਾ ਖੜਾ ਹੈ। ਹਾਲ ਫਿਲਹਾਲ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ MSP ਤੇ ਕਮੇਟੀ ਬਣਾਵਾਂਗੇ। MSP ਤੇ ਗਰੰਟੀ ਕਾਨੂੰਨ ਬਣਾਉਣ ਵੱਲ ਨਹੀਂ ਹਾਲੇ ਸਰਕਾਰ ਵਧੀ, ਪਰ ਵਧਣਾ ਪਏਗਾ, ਕਿਉਂਕਿ ਇਸ ਵੇਲੇ ਜਿੱਦਾਂ ਸ਼ੁੱਧ ਪੰਜਾਬੀ 'ਚ ਕਿਹਾ ਜਾਂਦਾ ਵੀ ਧੌਣ ਤੇ ਗੋਡਾ ਰੱਖ ਹੋ ਗਿਆ, ਤੇ ਸਾਹ ਥੋੜਾ ਔਖਾ ਆ ਰਿਹਾ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਜਿਹੜਾ ਮੈਂ ਇੱਕ ਵਿਆਕਰਣ ਤੁਹਾਨੂੰ ਕੱਲ ਦੱਸਿਆ ਸੀ ਵੀ ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਸਾਰੇ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹਾਲਤ ਹੋਣ ਜਾ ਰਹੀ ਹੈ BJP ਦੀ, ਜੇ ਉਹ ਡਰ ਹਾਲੇ ਹੋਰ ਬਣਿਆ, ਹਾਲਾਤ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉੱਥੇ ਹੋਰ ਵਿਗੜੇ, ਜੋ ਦਿਖਾਈ ਦੇ ਰਿਹਾ ਵੀ ਵਿਗੜ ਰਹੇ ਨੇ, ਤੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਜਿਹੜਾ ਇੱਕ ਕਹਿ ਲਓ ਵੀ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦਾ ਸ਼ਾਇਦ ਅੰਦਾਜ਼ਾ ਸੀ ਵੀ ਸਥਿਤੀਆਂ ਬਦਲ ਜਾਣਗੀਆਂ, ਜੋ ਜਿਹੜੀਆਂ ਫ੍ਰਿਕਸ਼ਨਸ ਜਿਹੜੀਆਂ ਪੈਦਾ ਕੀਤੀਆਂ ਸੀਗੀਆਂ ਜਾਂ ਜਿਹੜੀਆਂ ਟੁੱਟ ਗਈਆਂ, ਤੇ ਉਹ ਫੇਰ ਤੋਂ ਪੈਦਾ ਹੋਣਗੀਆਂ, ਤੇ ਜਾਟ ਜਿਹੜਾ ਆ ਉਹ ਸਾਡੇ ਵੱਲ ਉਲਰੇਗਾ ਵੀ ਲਓ ਜੀ ਹੁਣ ਤੱਕ ਕਿਸਾਨਾਂ ਦੇ ਕਾਨੂੰਨ ਵਾਪਸ ਹੋ ਗਏ ਆ, ਬੱਲੇ ਬੱਲੇ, ਫੇਰ ਤੋਂ BJP ਨਹੀਂ ਹੋਏਗੀ। ਉਹ ਚਾਲ ਫਿਲਹਾਲ ਉਹ ਸਫਲ ਹੁੰਦੇ ਨਹੀਂ ਦਿਖਾਈ ਦੇ ਰਹੇ, ਤੇ ਜੇ ਇਹ ਪ੍ਰੈਸ਼ਰ ਏਦਾਂ ਬਿਲਡ ਕਰਕੇ ਰੱਖਿਆ ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚ, ਤਾਂ MSP ਤੇ ਗਰੰਟੀ ਕਾਨੂੰਨ ਵੀ ਬਣਾਉਣ ਵੱਲ ਸਰਕਾਰ ਲਾਜ਼ਮੀ ਤੌਰ ਤੇ ਵਧੇਗੀ। ਨਹੀਂ ਤਾਂ ਫਿਰ ਅੰਦੋਲਨ ਤਾਂ ਚੱਲੇਗਾ, ਇਹਦਾ ਰੂਪ ਬਦਲ ਸਕਦਾ। ਮੈਂ ਅੱਗੇ ਵੀ ਕਿਹਾ ਕਿ ਇੱਕ ਸਾਲ 'ਚ ਬਾਰ-ਬਾਰ ਇਸ ਅੰਦੋਲਨ ਨੇ ਆਪਣੇ ਰੂਪ ਨੂੰ ਬਦਲਿਆ, ਤੇ ਰੂਪ ਬਦਲਦਾ ਹੋਇਆ ਅੰਦੋਲਨ ਅੱਗੇ ਵਧਿਆ। ਅੰਦੋਲਨ ਕਮਜ਼ੋਰ ਹੋਣ ਦੀ ਥਾਂ ਦੇ ਉੱਤੇ ਪ੍ਰਪੱਕ ਵੀ ਹੋਇਆ ਤੇ ਵਿਆਪਕ ਵੀ ਹੋਇਆ, ਤੇ ਹੁਣ ਵੀ ਜੇ ਨਹੀਂ MSP ਤੇ ਗਰੰਟੀ ਕਾਨੂੰਨ ਵੱਲ ਸਰਕਾਰ ਬਣਾਉਣ ਵੱਲ ਵਧੇਗੀ ਤਾਂ ਇਹ ਅੰਦੋਲਨ ਰੁਕੇਗਾ ਨਹੀਂ। ਅੰਦੋਲਨ ਦਾ ਰੂਪ ਥੋੜਾ ਬਹੁਤ ਬਦਲ ਸਕਦਾ ਹੈ। ਉਹ ਰੂਪ ਕੀ ਹੋਏਗਾ ਇਹਦਾ ਮੈਂ ਘੱਟੋ ਘੱਟ ਦਾਅਵਾ ਨਹੀਂ ਕਰ ਸਕਦਾ। ਇਹ ਤਾਂ SKM ਸੰਯੁਕਤ ਕਿਸਾਨ ਮੋਰਚਾ ਹੀ ਇਹਨੂੰ ਤੈਅ ਕਰੇਗਾ। ਰਣਨੀਤੀ ਦਾ ਪੇਚ ਕੀ ਹੋਣੇ ਚਾਹੀਦੇ ਆ। 2024 ਤੱਕ ਦਾ ਅੰਦੋਲਨ ਫਿਰ ਲਾਜ਼ਮੀ ਤੌਰ ਤੇ ਚੱਲੇਗਾ, ਵੱਖਰੇ ਵੱਖਰੇ ਰੂਪਾਂ 'ਚ, ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਇਹ ਅੰਦੋਲਨ ਹੋਰ ਰਫ਼ਤਾਰ ਫੜੇਗਾ। ਜੀ ਦਸਾਂਝ ਸਾਹਿਬ, ਅੱਜ ਜਦੋਂ ਇਹ ਵਰ੍ਹੇਗੰਢ ਵਾਲੇ ਜਸ਼ਨ ਮਨਾਏ ਗਏ, ਨਾਲ ਜਿੱਤ ਦੇ ਜਸ਼ਨ ਵੀ ਸੀਗੇ,
ਤੇ ਬਹੁਤ ਸਾਰੇ ਪੱਤਰਕਾਰ ਦੇਸ਼ਾਂ ਵਿਦੇਸ਼ਾਂ 'ਚ ਉੱਥੇ ਪਹੁੰਚੇ ਆ ਤੇ ਕੁਝ ਕਿਸਾਨ ਲੀਡਰਾਂ ਦੀ ਬਾਈਟ ਤੇ ਖੈਰ ਚੱਲ ਹੀ ਰਹੀਆਂ ਨੇ ਛੋਟੀਆਂ ਮੋਟੀਆਂ ਜਿਹੜੀਆਂ ਸਾਰਿਆਂ ਦੀਆਂ। ਇੱਕ ਡਾਕਟਰ ਦਰਸ਼ਨਪਾਲ ਰਾਣਾ ਦਾ ਲੰਬਾ ਇੰਟਰਵਿਊ ਕੀਤਾ ਤੁਹਾਡੇ ਮਿੱਤਰ ਹੀ ਨੇ ਮੇਰੇ ਖਿਆਲ ਸਰਬਜੀਤ ਧਾਰੀਵਾਲ ਆ BBC ਵਾਸਤੇ ਉਹਨਾਂ ਨੇ। ਉਹਦੇ ਵਿੱਚ ਦਰਸ਼ਨਪਾਲ ਰਾਣਾ ਨੇ ਸਾਰੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹਦਾ ਜ਼ਿਕਰ ਤੇ ਕੀਤਾ, ਪਰ ਨਾਲ ਦੀ ਨਾਲ ਉਹਨਾਂ ਇੱਕ ਗੱਲ ਹੋਰ ਕਹੀ ਆ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕੀਤਾ ਹੈ ਕਿ ਤੁਸੀਂ ਸਾਡੀ ਪਾਰਟੀ ਵੱਲੋਂ ਟਿਕਟ ਲਵੋ ਤੇ ਇਲੈਕਸ਼ਨ ਲੜੋ। ਤੇ ਦਰਸ਼ਨਪਾਲ ਰਾਣਾ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਸਿਆਸਤ ਇੱਕ ਇੱਦਾਂ ਦਾ ਟੋਭਾ ਆ ਜਿਹਦੇ ਵਿੱਚ ਬੰਦਾ ਵੜ ਜਾਏ ਤੇ ਲਿਬੜਿਆ ਬਿਨਾਂ ਨਹੀਂ ਨਿਕਲ ਸਕਦਾ। ਇਸ ਕਰਕੇ ਅਸੀਂ ਜਿਹੜੇ ਕਿਸਾਨ ਲੀਡਰ ਆ ਅਸੀਂ ਇਹ ਤੋਂ ਦੂਰ ਆ, ਅਸੀਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ। ਬਾਕੀ ਚੀਜ਼ਾਂ ਤੇ ਉਹਨਾਂ ਉਠਾਈਆਂ ਨੇ ਜਿਹੜੀਆਂ ਲਖੀਮਪੁਰ ਦੀ ਘਟਨਾ ਵਾਲਾ ਕੰਮ ਹੈ, ਉਹਦਾ ਮੰਤਰੀ ਦਾ ਅਸਤੀਫਾ ਲੈਣਾ ਆ, ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਨੇ, ਕਿਸਾਨ ਜਿਹੜੇ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਆ, ਜਿਹੜੇ ਕੇਸ ਨੇ 700 ਦੇ ਕਰੀਬ ਤੇ ਕਿਹਾ ਜਾ ਰਿਹਾ। ਮੈਂ ਚੰਡੂਨੀ ਸਾਹਿਬ ਨੂੰ ਸੁਣ ਰਿਹਾ ਸੀਗਾ, ਕੱਲੇ ਹਰਿਆਣੇ 'ਚ ਹੀ 307 ਦੇ ਕੇਸ ਨੇ। 307 ਧਾਰਾ ਆਪਾਂ ਨੂੰ ਪਤਾ ਕੀ ਹੁੰਦੀ ਆ, ਇਰਾਦਾ ਕਤਲ। ਤੇ ਉਹ ਕਿਸਾਨਾਂ ਦਾ ਫਿਰ ਕੀ ਬਣੂਗਾ ਜੇ ਮਤਲਬ ਮੰਗਾਂ ਪੂਰੀਆਂ ਮਨਾਈਆਂ ਤੋਂ ਬਗੈਰ ਉੱਠ ਆਉਂਦੇ ਆ। ਮੋਦੀ ਸਾਹਿਬ ਦੀ ਅਪੀਲ, ਜਿਹੜੇ ਲੋਕ ਕਹਿ ਰਹੇ ਆ ਕਿ ਹੁਣ ਕਿਸਾਨਾਂ ਨੂੰ ਵੀ ਥੋੜ੍ਹਾ ਸੌਫਟ ਹੋਣਾ ਚਾਹੀਦਾ, ਮੋਦੀ ਸਾਹਿਬ ਦਾ ਮਾਣ ਰੱਖਣਾ ਚਾਹੀਦਾ। ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਸੋ ਇਹ ਜਿਹੜੀਆਂ ਵੱਡੀਆਂ ਮੰਗਾਂ ਨੇ ਇਹਨਾਂ ਨੂੰ ਮਨਾਇਆ ਤੋਂ ਬਗੈਰ ਵਾਪਸ ਆਉਣਾ ਕਿਸਾਨ ਜਥੇਬੰਦੀਆਂ ਲਈ ਲੱਗਦਾ ਹੈ ਕਿ ਸੰਭਵ ਹੀ ਨਹੀਂ ਹੈ। ਤੇ ਪੋਸੀਬਲ ਨਹੀਂ ਹੈ ਜੀ। ਦੇਖੋ ਹੁਣ ਜਿਹੜੇ ਪਰਚੇ ਦਰਜ ਹੋਏ ਆ ਉਹ ਤਾਂ ਲਾਜ਼ਮੀ ਤੌਰ ਤੇ ਉਹ ਪਹਿਲੀ ਮੰਗਾਂ ਦੇ ਵਿੱਚ ਸ਼ਾਮਲ ਹੈ, ਉਹ ਤਾਂ ਵਾਪਸ ਕਰਨੇ ਪੈਣਗੇ। ਜੇ ਤੁਸੀਂ ਮਤਲਬ ਇਸ ਅੰਦੋਲਨ ਨੂੰ ਸਰਕਾਰ ਇਹ ਸਮਝਦੀ ਹੈ ਕਿ ਅੰਦੋਲਨ ਨੂੰ ਅਸੀਂ ਖਤਮ ਕਰਨਾ ਆ ਤੇ ਇਹਨਾਂ ਨੂੰ ਘਰਾਂ ਨੂੰ ਭੇਜਣਾ ਆ, ਮੁਸੀਬਤ 'ਚ ਹੈ ਨਾ ਸਰਕਾਰ ਤਾਂ ਹੀ ਚਾਹੁੰਦੀ ਹੈ। ਫਿਰ ਤੁਹਾਨੂੰ ਇਹ ਕਿੱਡਾ ਕੰਮ ਹੈ? ਵੈਸੇ ਸੋਚਣ ਵਾਲੀ ਗੱਲ ਹੈ। ਜੇ ਤੁਸੀਂ 3 ਖੇਤੀ ਕਾਨੂੰਨ ਜਿਹੜੇ ਕਹਿੰਦੇ ਸੀ ਵੀ ਅਸੀਂ ਜੋ ਮਰਜ਼ੀ ਹੋ ਜਾਵੇ ਤਾਂ ਇਹ ਵਾਪਸ ਨਹੀਂ ਲੈਣੇ, ਪ੍ਰਧਾਨ ਮੰਤਰੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੂੰ ਵਾਪਸ ਕਰ। ਜੇ ਤੁਸੀਂ ਉਹ ਵਾਪਸ ਲੈ ਸਕਦੇ ਹੋ ਤਾਂ ਪਰਚੇ ਪੁਰਚੇ ਰੱਦ ਕਰਨ ਦਾ ਕਿੱਡਾ ਕੰਮ ਹੈ? ਇੱਕ ਮੂੰਹ ਦੇ ਵਿੱਚੋਂ 2 ਲਫ਼ਜ਼ ਹੀ ਕੱਢਣੇ ਆ ਨਾ। ਇਹਦੇ ਲਈ ਤਾਂ ਕਾਨੂੰਨ ਵਾਪਸ ਲੈਣ ਲਈ ਤਾਂ ਇੱਕ ਪ੍ਰਕਿਰਿਆ ਵੀ ਤੁਸੀਂ ਜਾਣਾ ਵੀ ਹਾਂ ਪਾਰਲੀਮੈਂਟ 'ਚ ਦੁਬਾਰਾ ਜਿੱਦਾਂ ਤੁਸੀਂ ਲੈ ਕੇ ਆਏ ਸੀ ਉਸੇ ਤਰੀਕੇ ਦੇ ਨਾਲ ਉਸੇ ਪ੍ਰੋਸੈਸ ਦੇ ਵਿੱਚ ਇਹਨੂੰ ਰੱਦ ਕਰੋ, ਰਾਸ਼ਟਰਪਤੀ ਤੱਕ ਜਾਏਗਾ ਇਹ ਸਾਰਾ ਕੁਝ, ਉਹਨਾਂ ਦੇ ਦਸਤਖਤਾਂ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋਏਗਾ ਭਾਰਤ ਸਰਕਾਰ ਦਾ ਤੇ ਰੱਦ ਹੋਣਗੇ। ਕੇਸ ਜਿਹੜੇ ਪਾਏ ਹੋਏ ਆ ਕਿਸਾਨਾਂ ਦੇ ਉੱਤੇ ਮਤਲਬ ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ, ਉਹਨਾਂ ਕੇਸਾਂ ਨੂੰ ਵਾਪਸ ਲੈਣ ਦੀ ਕੋਈ ਬਹੁਤ ਜ਼ਿਆਦਾ ਲੰਮੀ ਪ੍ਰਕਿਰਿਆ ਥੋੜ੍ਹਾ ਆ। ਤੇ ਉਹਦੇ 'ਚ ਨੁਕਸਾਨ ਵੀ ਕੀ ਹੈ ਸਰਕਾਰ ਦਾ? ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਹੀ ਆ ਵੀ ਇਹ ਵਾਪਸ ਲੈ ਲਓ, 1 ਦਿਨ ਦੀ ਪ੍ਰਕਿਰਿਆ ਦੇ ਵਿੱਚ ਉਹ ਕੇਸ ਵਾਪਸ ਹੋ ਜਾਣਗੇ। ਕਿੱਡੀ ਗੱਲ ਹੈ ਇਹਦੇ 'ਚ? ਨਾ ਹੀ ਕੋਈ ਸਰਕਾਰ ਦੀ ਕੋਈ ਹੇਠੀ ਵਾਲੀ ਗੱਲ ਹੈ। ਕੇਸ ਕੁਛ ਰੱਦ ਹੁੰਦੇ ਮਤਲਬ ਚੱਲਦੇ ਰਹਿੰਦੇ ਆ, ਰੱਦ ਵੀ ਹੁੰਦੇ ਰਹਿੰਦੇ ਆ। ਮਤਲਬ ਸਰਕਾਰ ਇਹ ਨਾ ਸਮਝੇ ਵੀ ਹਾਂ ਵੀ ਪਤਾ ਨਹੀਂ। ਮੈਂ ਅੱਗੇ ਵੀ ਇੱਕ ਦਿਨ ਕਹਿ ਰਿਹਾ ਸੀ ਇੱਥੇ ਕੋਈ ਝੁਕ ਗਿਆ, ਕੋਈ ਜਿੱਤ ਗਿਆ, ਕੋਈ ਹਾਰ ਗਿਆ ਵਾਲਾ ਮਸਲਾ ਨਹੀਂ ਹੈ। ਸਿਆਣੀਆਂ ਸਰਕਾਰਾਂ ਉਹੀ ਹੁੰਦੀਆਂ ਜਿਹੜੀਆਂ ਲੋਕ ਅੰਦੋਲਨ ਜਿਹੜੇ ਖੜੇ ਹੋ ਜਾਂਦੇ ਆ ਉਹਨਾਂ ਅੰਦੋਲਨਾਂ ਦੀਆਂ ਜਿਹੜੀਆਂ ਮੰਗਾਂ ਦੇ ਪ੍ਰਤੀ ਹਾਂ ਪੱਖੀ ਰਵੱਈਆ ਅਖਤਿਆਰ ਕਰਦੀਆਂ, ਨਾ ਕਿ ਜ਼ਿੱਦ ਵਾਲਾ ਰਵੱਈਆ। ਬਾਰ-ਬਾਰ ਇਹ ਗੱਲ ਕਹੀ ਗਈ ਕਿ ਕਿਸਾਨ ਜ਼ਿੱਦ ਤੇ ਹੈ ਤੇ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਕਿਸਾਨ ਨਹੀਂ ਜ਼ਿੱਦ ਤੇ ਹੈਗੇ। ਕਿਸਾਨ ਤਾਂ ਲੜ ਰਹੇ ਨੇ ਆਪਣੀ ਹੋਂਦ ਬਚਾਉਣ ਵਾਸਤੇ। ਜ਼ਿੱਦ ਤੇ ਸਰਕਾਰ ਹੈ। ਜੇ ਸਰਕਾਰ ਦੀ ਜ਼ਿੱਦ ਤੇ ਨਹੀਂ ਖੇਤੀ ਕਾਨੂੰਨ ਬਣਾਉਣ ਦੇ ਮਸਲੇ ਤੇ ਟੁੱਟ ਗਈ ਹੈ, ਭਾਵੇਂ ਸਾਲ ਬਾਅਦ ਹੀ ਟੁੱਟੀ ਹੈ, ਤਾਂ ਜਿਹੜੇ ਛੋਟੇ-ਛੋਟੇ ਮਸਲੇ ਆ ਇਹਨਾਂ ਤੇ ਕਿਉਂ ਨਹੀਂ ਸਰਕਾਰ ਜਿਹੜੀਆਂ ਵੱਖ-ਵੱਖ ਸਟੇਟ ਗਵਰਨਮੈਂਟਸ ਜਿਹੜੀਆਂ ਇੱਥੇ ਡਿਸਾਈਡ ਕਰਦੀਆਂ ਵੀ ਹਾਂ ਅਸੀਂ ਕੇਸ ਵਾਪਸ ਲੈ ਲੈਣੇ? ਉਹ ਲੈਣੇ ਪੈਣਗੇ ਕੇਸ ਵਾਪਸ। ਉਸ ਤੋਂ ਬਿਨਾਂ ਅੰਦੋਲਨ ਨਹੀਂ ਖਤਮ ਹੋਏਗਾ। ਅੰਦੋਲਨ, ਮੈਂ ਅੱਗੇ ਵੀ ਕਿਹਾ ਕਿ ਅੰਦੋਲਨ ਦਾ ਰੂਪ ਬਦਲ ਸਕਦਾ ਹੈ, ਪਰ ਅੰਦੋਲਨ ਹੁਣ ਇਹਨਾਂ ਸਿਆਸਤਦਾਨਾਂ ਦਾ, ਸੱਤਾਵਾਨਾਂ ਦਾ ਖਹਿੜਾ ਨਹੀਂ ਛੱਡਣ ਵਾਲਾ। ਅੱਛਾ ਦਸਾਂਝ ਸਾਹਿਬ, ਬਾਕੀ ਖਬਰਾਂ ਵੱਲ ਵੀ ਆਪਾਂ ਝਾਤੀ ਮਾਰੀਏ। ਜਿਹੜੀ ਕਾਂਗਰਸ ਦੀ ਸਰਕਾਰ ਹੁਣ ਚੱਲ ਰਹੀ ਆ, ਚਲੋ ਉਹਦੇ ਵਾਅਦਿਆਂ ਵੂਦਿਆਂ ਦੀਆਂ ਗੱਲਾਂ ਤੇ ਕੀ ਕਰਨੀਆਂ, ਜਿਹੜੇ ਡਿਪਟੀ CM ਨੇ ਤੇ ਨਾਲ ਹੋਮ ਮਿਨਿਸਟਰ ਨੇ ਉਹਨਾਂ ਦੀ ਇੱਕ ਖਬਰ ਬੜੀ ਹੋ ਰਹੀ ਵਾਇਰਲ, ਇੱਕ ਵੀਡੀਓ ਹੋ ਰਹੀ ਆ ਕਿ ਉਹ ਜਿਹੜੇ ਕੁਝ ਮੁਲਾਜ਼ਮ ਉਹਨਾਂ ਦੇ ਖਿਲਾਫ ਨਾਅਰੇਬੰਦੀ ਕਰ ਰਹੇ ਸੀ ਉਹਨਾਂ ਨਾਲ ਬੜੀ ਤਲਖੀ ਨਾਲ ਪੇਸ਼ ਆਉਂਦੇ ਆ ਔਰ ਉਹ 'ਚ ਬਾਰ-ਬਾਰ ਕਰ ਰਹੇ ਤੂੰ ਕੀ ਕਰੇਗਾ ਮੈਂ ਤੈਨੂੰ ਦੇਖ ਲੈਣਾ। ਮਤਲਬ ਇੱਕ ਸਟੇਟ ਦਾ ਹੋਵੇ ਡਿਪਟੀ CM ਤੇ ਉਹ ਇੱਕ ਸਧਾਰਨ ਮੁਲਾਜ਼ਮ ਨੂੰ ਇੱਦਾਂ ਕਵੇ ਤੇ ਬਾਅਦ 'ਚ DC ਸਾਹਿਬ ਨੂੰ ਕਵੇ ਕਿ ਇਹਨਾਂ ਸਾਰਿਆਂ ਨੂੰ ਵੇਖੋ ਕਿਹੜੇ ਬੰਦੇ ਹਾਜ਼ਰੀ 'ਚ ਨਹੀਂ ਹੈਗੇ, ਕੰਟਰੈਕਟ ਵਾਲੇ ਉਹ ਮੁਲਾਜ਼ਮ ਦੱਸੇ ਜਾ ਰਹੇ ਆ, ਉਹਨਾਂ ਸਭ ਨੂੰ ਜਿਹੜੀਆਂ ਟਰਮੀਨੇਟ ਕਰ ਦਿਓ। ਇਹ ਖਬਰ ਜਿਹੜੀ ਆ, ਇੱਕ ਪਾਸੇ ਸਰਕਾਰ ਬੜੀ ਹਮਦਰਦੀ ਲੈਣਾ ਚਾਹੁੰਦੀ ਆ,
ਮੁਲਾਜ਼ਮ ਵਰਗ ਦੀ ਵੀ, ਆਮ ਲੋਕਾਂ ਦੀ। ਦੂਜੇ ਪਾਸੇ ਇਹ ਐਟੀਟਿਊਡ ਜਿਹੜਾ ਉਹਨਾਂ ਦਾ, ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਆ, ਜਿੱਦਾਂ ਦੇ ਉਹਨਾਂ ਦੇ ਸ਼ਬਦ ਨੇ, ਇਹ ਕਿਤੇ ਲੱਗਦਾ ਨਹੀਂ ਕਿ ਉਹਨਾਂ ਨੂੰ ਕਿਸੇ ਗਰੀਬਾਂ ਨਾਲ ਕੋਈ ਹਮਦਰਦੀ ਵੀ ਆ, ਜਾਂ ਪੜ੍ਹੇ ਲਿਖੇ ਨੌਜਵਾਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਹੈਗੀ ਉਹਨਾਂ ਨੂੰ? ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਇਹ ਕੱਚੇ ਮੁਲਾਜ਼ਮ ਹੈਗੇ ਆ, ਕੰਟਰੈਕਟ ਤੇ ਆ, ਅਬੋਹਰ ਦੇ ਵਿੱਚ ਇਹ ਘਟਨਾ ਵਾਪਰੀ ਹੈ। ਨਹੀਂ, ਗੁਰੂ ਹਰਸਹਾਏ ਚ, ਗੁਰੂ ਹਰਸਹਾਏ, ਹਾਂਜੀ ਹਾਂਜੀ। ਤੇ ਗੁਰੂ ਹਰਸਹਾਏ ਦੇ ਵਿੱਚ ਉਹ ਵਿਚਾਰੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਵੀ ਸਾਨੂੰ ਪੱਕੇ ਕਰੋ, ਤੇ ਟਰਾਂਸਪੋਰਟ ਮਿਨਿਸਟਰ ਵੀ ਸੀ ਉੱਥੇ, ਰਾਜਾ ਵੜਿੰਗ, ਤੇ ਇਹ ਸੀਗੇ ਸਾਡੇ ਡਿਪਟੀ ਸੀਐਮ ਸੁਰਿੰਦਰ ਰੰਧਾਵਾ, ਤੇ ਉੱਥੇ ਤਲਖ ਕਲਾਮੀ ਹੋਈ ਆ। ਦੇਖੋ, ਸਵਾਲ ਇੱਕ ਨਵੇਂ ਦ੍ਰਿਸ਼ ਜਿਹੜੇ ਆ ਸਾਨੂੰ ਦਿਖਾਈ ਦੇਣ ਲੱਗੇ ਨੇ, ਪੰਜਾਬ 'ਚ ਵੀ, ਦੇਸ਼ 'ਚ ਵੀ, ਹਰਿਆਣੇ 'ਚ ਵੀ, ਉੱਤਰ ਪ੍ਰਦੇਸ਼ ਦੇ ਵਿੱਚ ਵੀ। ਲੋਕ ਸਵਾਲ ਕਰਨ ਲੱਗ ਪਏ ਆ, ਲੋਕਾਂ ਨੂੰ ਲੱਗਣ ਲੱਗ ਪਿਆ ਕਿ ਹੁਣ ਸਾਡੇ ਕੋਲ ਰਾਈਟ ਤਾਂ ਹੈ ਵੀ ਅਸੀਂ ਪੁੱਛੀਏ, ਤੇ ਇਹ ਤਕਲੀਫ ਹੋ ਰਹੀ ਆ ਸਿਆਸਤਦਾਨਾਂ ਨੂੰ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਨਹੀਂ ਆਏ, ਰਾਪੜ ਪਿੰਡ ਨਵੇਂ ਸ਼ਹਿਰ ਦੇ ਕੋਲ ਬਕਾਇਦਾ ਲਿਖਤੀ ਤੌਰ ਤੇ ਸਵਾਲ ਹੱਥਾਂ 'ਚ ਦੇ ਵਿੱਚ ਸੀ। ਅੰਮ੍ਰਿਤਧਾਰੀ ਸਿੱਖ ਇੱਕ ਜਿਹੜਾ ਉਹ ਉਹਨਾਂ ਨੂੰ ਸਵਾਲ ਕਰ ਰਿਹਾ ਸੀ, ਤੇ ਸੁਖਬੀਰ ਬਾਦਲ ਹੋਰੀ ਜਿਹੜੇ ਆ ਉਹ ਨਿਰਉੱਤਰ ਸੀ ਲਗਭਗ। ਪਰ ਉਹ ਉਹਨਾਂ ਨੇ ਘੱਟੋ ਘੱਟ ਆਪਣਾ ਜਿਹੜਾ ਕਹਿ ਲਓ ਵੀ ਉਹ ਆਪਾ ਜਿਹੜਾ ਆ ਉਹ ਨਹੀਂ ਗਵਾਇਆ। ਸੁਖਬੀਰ ਬਾਦਲ ਨੇ 2-3 ਵਾਰੀ ਉਹਨਾਂ ਨੂੰ ਘੇਰਿਆ ਜਾ ਚੁੱਕਾ, ਪਰ ਉਹ ਆਪਾ ਨਹੀਂ ਗਵਾ ਰਹੇ। ਤੇ ਸਾਡੇ ਜਿਹੜੇ ਸਰਕਾਰ 'ਚ ਬੈਠੇ ਆ, ਇਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਸਦਾ ਹੀ ਸੱਤਾ 'ਚ ਰਹਿਣਾ ਹੈ, ਇਹਨਾਂ ਦੀ ਜਿਹੜੀ ਕੁਰਸੀ ਸਦਾ ਹੀ ਸਲਾਮਤ ਰਹਿਣੀ ਹੈ। ਕੁਰਸੀ ਸਲਾਮਤ ਨਹੀਂ ਰਹਿੰਦੀ ਕਦੇ ਵੀ, ਕੁਰਸੀ ਨੇ ਤਾਂ ਕਦੇ ਨਾ ਕਦੇ ਜਾਣਾ ਹੀ ਹੁੰਦਾ। ਸਿਰ ਸਲਾਮਤ ਰੱਖਣਾ ਚਾਹੀਦਾ, ਤੇ ਸਿਰ ਸਲਾਮਤ ਦਿਖਾਈ ਨਹੀਂ ਦੇ ਰਹੇ, ਕਿਉਂਕਿ ਜੇ ਸਿਰ ਸਲਾਮਤ ਹੋਵੇ ਤਾਂ ਇਸ ਤਰ੍ਹਾਂ ਦੀ ਤਲਖੀ ਜਿਹੜੀ ਆ ਘੱਟੋ ਘੱਟ ਇੱਕ ਸੱਤਾ 'ਚ ਬੈਠੇ ਵਿਅਕਤੀ ਨੂੰ ਉਹ ਵਾਜਬ ਨਹੀਂ ਠਹਿਰਾਉਂਦੀ। ਜਿਸ ਢੰਗ ਨਾਲ ਉਹ ਬੋਲੇ ਨੇ, ਉਹਨੇ ਵੀ, ਇਹ ਨਹੀਂ ਇਕੱਲਾ ਸੁਰਿੰਦਰ ਰੰਧਾਵਾ, ਰਾਜਾ ਵੜਿੰਗ ਵੀ ਬਹੁਤ ਤਲਖ ਹੋਇਆ, ਤੂੰ ਕੀ ਕਰ ਲੇਗਾ, ਤੂੰ ਤੜਕ ਤੇ ਦੋਨੋਂ ਹੀ ਉਤਰੇ, ਤੇ ਫਿਰ ਸਸਪੈਂਡ ਕਰਨ ਦਾ ਹੁਕਮ ਲਾਤਾ। ਹੁਣ ਉਹ ਸਸਪੈਂਡ ਤਾਂ ਕਰ ਨਹੀਂ ਸਕਦੇ, ਉਹ ਕਹਿਤਾ ਤੱਤੇ ਕਹਿ ਗਏ, ਉਹ ਕਹਿ ਕੇ ਪਿੱਛੇ ਨੂੰ ਮੁੜ ਗਏ। ਪਰ ਇਹ ਤਰੀਕਾ ਜਿਹੜਾ ਆ, ਜਾਂ ਇਹ ਰਵੱਈਆ ਸਰਕਾਰ 'ਚ ਬੈਠੇ ਇੱਕ ਜ਼ਿੰਮੇਵਾਰ ਵਿਅਕਤੀ ਦਾ ਜਿਹੜਾ ਆ, ਉਹ ਲੋਕਾਂ ਨੂੰ ਲਾਜ਼ਮੀ ਤੌਰ ਤੇ ਪ੍ਰਵਾਨ ਨਹੀਂ ਹੋਏਗਾ। ਇਹਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ, ਨਿੱਜੀ ਤੌਰ ਤੇ ਵੀ, ਤੇ ਸਰਕਾਰ ਨੂੰ ਵੀ, ਕਾਂਗਰਸ ਪਾਰਟੀ ਨੂੰ ਵੀ। ਸੋ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਇੱਕ ਪਾਸੇ ਸਾਡੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਆ ਕਿ ਇਹ ਆਮ ਆਦਮੀ ਦੀ ਸਰਕਾਰ ਹੈ, ਤੇ ਦੂਜੇ ਬੰਨੇ ਉਹਨਾਂ ਦੇ 2 ਕੈਬਨਿਟ ਮਿਨਿਸਟਰ ਜਿਹੜੇ ਆ ਉਹ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਆ, ਤੇ ਲੋਕ ਬਹੁਤਾ ਇਹਨੂੰ ਪ੍ਰਵਾਨ ਨਹੀਂ ਕਰਨਗੇ। ਇਹਦੇ ਕਰਕੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਬਦਖੋਈ ਵੀ ਹੋ ਰਹੀ ਹੈ, ਤੇ ਨਿੰਦਾ ਤਾਂ ਹੋਣੀ ਹੈ, ਬਦਖੋਈ ਵੀ ਹੋ ਰਹੀ ਹੈ, ਤੇ ਇਹਦਾ ਨੁਕਸਾਨ ਵੀ ਉਠਾਉਣਾ ਪੈ ਸਕਦਾ। ਦਸਾਂਝ ਸਾਹਿਬ, ਤੁਸੀਂ ਕਿਹਾ ਕਿ ਉਹ ਸਸਪੈਂਡ ਕਰ ਨਹੀਂ ਸਕਦੇ, ਹੋਮ ਮਿਨਿਸਟਰ ਨੇ ਕਿਸਮ ਦੇ, ਡਿਪਟੀ ਸੀਐਮ ਨੇ ਡੀਸੀ ਸਾਹਿਬ ਨੂੰ ਅਗਰ ਆਰਡਰ ਕਰਕੇ ਗਏ ਨੇ, ਤੇ ਕਰ ਕਿਉਂ ਨਹੀਂ ਸਕਦੇ? ਕੀ ਵਜ੍ਹਾ ਹੈ ਕਿ ਜ਼ੁਬਾਨੀ ਕਲਾਮੀ ਆਰਡਰ ਕਦੇ ਵੀ ਕਿਸੇ ਨੂੰ ਸਸਪੈਂਡ ਨਹੀਂ ਕਰ ਸਕਦੇ। ਜ਼ੁਬਾਨੀ ਕਲਾਮੀ ਆਰਡਰਸ ਨਾਲ ਥੋੜਾ ਹੋ ਜਾਏਗਾ, ਜਾ ਕੇ ਉਹ ਬਕਾਇਦਾ ਜਿਹੜੀ ਅਥਾਰਟੀ ਹੈ ਉਹਦੇ ਮੁਤਾਬਕ ਲਿਖਤੀ ਸਾਰਾ ਕੁਝ ਜਾਰੀ ਕਰਨਗੇ ਤਾਂ ਹੀ ਹੈ। ਤੇ ਕੀ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਨੂੰ ਪ੍ਰਵਾਨ ਕਰ ਸਕਣਗੇ ਕਿ ਕੋਈ ਉਹਨਾਂ ਦਾ ਡਿਪਟੀ ਸੀਐਮ ਜਿਹੜਾ ਆ, ਜਦੋਂ ਚੋਣਾਂ ਸਿਰ ਤੇ ਆ, ਜਦੋਂ ਕੱਚਿਆਂ ਨੂੰ ਪੱਕੇ ਕਰਨ ਦੀ ਇੱਕ ਲੜਾਈ ਚੱਲ ਰਹੀ ਹੈ, ਤੇ 36000 ਕੱਚੇ ਕਾਮੇ ਕਹਿੰਦੇ ਅਸੀਂ ਪੱਕੇ ਕਰਤੇ, ਤੇ ਐਨ ਚੋਣਾਂ ਸਿਰ ਤੇ ਹੋਣ ਤੇ ਉਹਨਾਂ ਦੇ ਜ਼ੁਬਾਨ ਚੋਂ ਨਿਕਲੇ ਹੋਏ ਸ਼ਬਦਾਂ ਨੂੰ ਲਿਖਤੀ ਜਾਂ ਹੁਕਮ ਦੀ ਮਤਲਬ ਇੱਕ ਕਿਸਮ ਦੇ ਰੂਪ ਦੇ ਵਿੱਚ ਪੰਜਾਬ ਦੀ ਸਰਕਾਰ ਜਾਂ ਮੁੱਖ ਮੰਤਰੀ ਕਿਵੇਂ ਪ੍ਰਵਾਨ ਕਰ ਲੈਣਗੇ? ਕਹਿ ਦੇਣ ਨਾਲ ਕੁਝ ਨਹੀਂ ਹੁੰਦਾ, ਨਾ ਹੀ ਉਹ ਕਹੇ ਤੇ ਕੋਈ ਏਦਾਂ ਕਰ ਸਕਦਾ ਹੈ। ਉਹ ਚੈਲੰਜ ਹੋ ਜਾਏਗਾ ਸਿੱਧੇ ਤੌਰ ਦੇ ਉੱਤੇ, ਤੇ ਨਾ ਹੀ ਸਰਕਾਰ ਚਾਹੇਗੀ। ਹਾਂ, ਬਿਲਕੁਲ ਸਿਆਸੀ ਮਜਬੂਰੀ ਕਹਿ ਸਕਦੇ ਹਾਂ, ਪਰ ਜਿਹੜਾ ਉਹਨਾਂ ਦਾ ਤਰੀਕਾਕਾਰ ਹੈ ਉਹ ਵਾਕਿਆ ਹੀ ਬੜਾ ਨਿੰਦਣਯੋਗ ਹੈ, ਇਹ 'ਚ ਕੋਈ ਦੋ ਰਾਹ ਨਹੀਂ। ਅੱਛਾ, ਇੱਕ ਖਬਰ ਇਹ ਆ ਰਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਲੋਕ ਕਾਂਗਰਸ ਬਣਾਈ ਹੈ, ਪੰਜਾਬ ਲੋਕ ਕਾਂਗਰਸ, ਉਹਦੇ ਕੋਈ ਜਿਹੜੇ ਪ੍ਰਧਾਨ ਉਹਨਾਂ ਨੇ ਨਿਯੁਕਤ ਕੀਤੇ, ਸੁਖਿੰਦਰ ਸਿੰਘ ਸ਼ਾਇਦ ਨਾਂ ਉਹਨਾਂ ਦਾ, ਉਹ ਕਹਿੰਦੇ ਖੁਦ ਬੰਦਾ ਬੜਾ ਵੱਡਾ ਫਰਾਡੀ ਹੈ, ਉੱਤੇ ਬੜੇ ਕੇਸ ਨੇ। ਉਹਨਾਂ ਨੇ ਅਪਲਾਈ ਕੀਤਾ ਆਪਣੀ ਪਾਰਟੀ ਵਾਸਤੇ, ਪੰਜਾਬ ਲੋਕ ਕਾਂਗਰਸ ਪਾਰਟੀ ਵਾਸਤੇ ਚੋਣ ਕਮਿਸ਼ਨ ਨੂੰ। ਇੱਕ ਵਿਧੀ ਹੁੰਦੀ ਆ, ਮਤਲਬ ਜਦੋਂ ਕੋਈ ਪਾਰਟੀ ਰਜਿਸਟਰਡ ਕਰਨੀ ਹੁੰਦੀ ਆ, ਤੇ ਉਹ ਨਾ ਨੋਟਿਸ, ਪਬਲਿਕ ਨੋਟਿਸ ਜਾਰੀ ਕਰਦੇ ਆ, ਤੇ ਚੋਣ ਕਮਿਸ਼ਨ ਨੇ ਉਹ ਪਬਲਿਕ ਨੋਟਿਸ ਜਾਰੀ ਕੀਤਾ, ਤੇ ਪਬਲਿਕ ਨੋਟਿਸ ਦੇ ਵਿੱਚ ਉਹ ਨਾਂ ਆ ਗਿਆ। ਸਾਨੂੰ ਤੁਹਾਨੂੰ ਤਾਂ ਪਤਾ ਨਹੀਂ ਸੀ ਵੀ ਇਹ ਪਾਰਟੀ ਦਾ ਪ੍ਰਧਾਨ ਵੀ ਕੋਈ ਬਣਾਇਆ ਹੋਇਆ।
ਸੁਖਿੰਦਰ ਸਿੰਘ ਨੂੰ ਅਸੀਂ ਤਾਂ ਜਾਣਦੇ ਨਹੀਂ, ਖਹਿਰਾ ਸਾਹਿਬ ਨੇ ਜਦੋਂ ਅੱਜ ਹੀ ਪਾਰਟੀ ਨਾਂ ਬਣਾਈ ਸੁਣਿਆ ਸੀ ਸੀ ਜੀ, ਖਹਿਰਾ ਸਾਹਿਬ ਨੇ ਜਦੋਂ ਪਾਰਟੀ ਬਣਾਈ ਸੀ ਤੇ ਇਹੋ ਕੁਝ ਕੀਤਾ ਸੀ। ਉਹਨਾਂ ਨੇ ਵੀ ਕੋਈ ਇੱਕ ਅਨਨੋਨ ਜਿਹਾ ਬੰਦਾ ਹੀ ਪ੍ਰਧਾਨ ਬਣਾਇਆ ਸੀ ਉਹ ਗਰੁੱਪ ਜਿਹਦਾ ਬਾਅਦ ਚ ਕਦੀ ਜ਼ਿਕਰ ਨਹੀਂ ਆਇਆ। ਹਾਂ ਬਿਲਕੁਲ, ਉਹ ਇੱਕ ਕਵਾਇਦ ਜਿਹੀ ਹੁੰਦੀ ਆ ਵੀ ਹਾਂ ਬਈ ਪਾਰਟੀ ਰਜਿਸਟਰਡ ਕਰਾਉਣੀ ਆ ਤੇ ਉਹਦੇ ਵਾਸਤੇ ਨਾਂ ਤੇ ਦੇਣੇ ਪੈਂਦੇ ਆ। ਜਿੱਦਾਂ ਆਪਾਂ ਕੋਈ ਅਦਾਰਾ ਰਜਿਸਟਰਡ ਕਰਾਉਂਦੇ ਆ, ਮੰਨ ਲਓ ਨਾ ਉਹਦਾ ਆਪਾਂ ਮਾਲਕ ਲਾਉਂਦੇ ਆ ਜਾਂ ਮੰਨ ਲਓ ਉਹਦਾ ਫਿਰ ਇੱਕ ਐਡੀਟਰ ਲਾਉਂਦੇ ਆ, ਉਹ ਵਰਕਿੰਗ ਹੋਣ ਨਾ ਹੋਣ ਉਹ ਨਾਂ ਜੇ ਦੇਣੇ ਹੁੰਦੇ ਆ। ਤੇ ਕਈ ਅਖਬਾਰਾਂ ਦੇ ਜਿਹੜੇ ਮਾਲਕ ਨੇ ਉਹਨਾਂ ਤੋਂ ਜਾਣੂ ਨਹੀਂ ਲੋਕ ਵੀ ਇਹ ਅਖਬਾਰ ਜਿਹੜੀ ਐਡੀ ਵੱਡੀ ਅਖਬਾਰ ਆ ਇਹਦਾ ਮਾਲਕ ਕੌਣ ਆ, ਪਤਾ ਨਹੀਂ ਹੁੰਦਾ। ਉਹ ਬਸ ਹਰ ਸਾਲ ਜਿਹੜਾ ਉਹ ਪੇਸ਼ ਕਰਦੇ ਆ ਨਾ ਖਾਕਾ ਜਿਹਾ ਵੀ ਆ ਫਲਾਨਾ ਫਲਾਨਾ ਇਹਦਾ ਮਾਲਕ ਆ, ਇਹਦਾ ਰਿਹਾਇਸ਼ ਆ, ਪਤਾ ਆ, ਤੇ ਇਹਦਾ ਮਾਲਕ ਆ ਜਾਂ ਆਹ ਸੰਪਾਦਕ ਆ, ਉਹ ਮਤਲਬ ਕਾਗਜ਼ਾਂ 'ਚ ਹੀ ਹੁੰਦੇ ਆ। ਸੋ ਇਹ ਸੁਖਿੰਦਰ ਸਿੰਘ ਵੀ ਕਾਗਜ਼ਾਂ ਸੀ, ਪਰ ਜਦੋਂ ਪਬਲਿਕ ਨੋਟਿਸ ਜਾਰੀ ਕਰਤਾ, ਪਬਲਿਕ ਨੋਟਿਸ ਜਾਰੀ ਕਰਦੇ ਹੁੰਦੇ ਆ ਰਜਿਸਟਰਡ ਕਰਨ ਤੋਂ ਪਹਿਲਾਂ ਵੀ ਤਾਂ ਜੋ ਕਿਸੇ ਨੂੰ ਇਤਰਾਜ਼ ਤਾਂ ਨਹੀਂ ਭਾਈ ਇਹਦੇ ਤੇ। ਉਹ ਪਬਲਿਕ ਨੋਟਿਸ ਜਾਰੀ ਕੀਤਾ ਤੇ ਜੇ ਤਾਂ ਹੁਣ ਕਿਸੇ ਨੇ ਇਤਰਾਜ਼ ਇੱਥੇ ਪ੍ਰਗਟ ਕੀਤਾ ਵੀ ਭਾਈ ਇਹ ਤਾਂ ਫਰੋਡੀ ਬੰਦਾ, ਜਦ ਦੇਖਿਆ ਸੁਖਿੰਦਰ ਸਿੰਘ ਹੈ ਜੀ। ਮੈਨੂੰ ਲੱਗਦਾ ਦਸਾਂਝ ਸਾਹਿਬ ਦਾ ਰਾਬਤਾ ਤੇ ਕੱਟ ਗਿਆ, ਇੰਟਰਨੈਟ ਦੀ ਕੋਈ ਸਮੱਸਿਆ ਲਗਾਤਾਰ ਚੱਲ ਰਹੀ ਆ। ਲੱਗਦਾ ਸਾਨੂੰ ਬ੍ਰੇਕ ਲੈਣੀ ਪਏਗੀ, ਉਸ ਤੋਂ ਬਾਅਦ ਦੁਬਾਰਾ ਅਸੀਂ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਵੇਖਦੇ ਹਾਂ ਜੇ ਉਹ ਦੁਬਾਰਾ ਜੁੜ ਸਕਦੇ ਆ ਤਾਂ। ਇੰਟਰਨੈਟ ਦਾ ਸ਼ੁਰੂਆਤੀ ਦੌਰ 'ਚ ਵੀ ਲੱਗ ਰਿਹਾ ਸੀ ਕਿ ਉਹਨਾਂ ਦਾ ਅੱਜ ਕੋਈ ਇੰਟਰਨੈਟ ਦੀ ਪ੍ਰੋਬਲਮ ਹੈ, ਤੇ ਇੱਕ ਵਾਰੀ ਦੁਬਾਰਾ ਅਸੀਂ ਤੁਹਾਡੇ ਦਰਸ਼ਕਾਂ ਦੇ ਸਨਮੁਖ ਪੇਸ਼ ਹੁੰਦੇ ਹਾਂ ਜੇ ਉਹਨਾਂ ਦਾ ਇੰਟਰਨੈਟ ਜਿਹੜਾ ਉਹ ਠੀਕ ਤਰ੍ਹਾਂ ਚੱਲ ਗਿਆ ਤਾਂ। ਫਿਲਹਾਲ ਅਸੀਂ ਤੁਹਾਡੇ ਕੋਲ ਮਾਫੀ ਚਾਹਾਂਗੇ।